नमस्कार ते सत श्री अकाल। मैं सुरिंदर सिंह ते तुसीं वेख रहे हो प्राइम टाइम। पंजाब के राज्यपाल बनवारी लाल पुरोहित वालों बीती देर शाम पंजाब विधान सभा का खास इजलास रद्द करने का फैसला लिया गया। जदों इस फैसले के नाल ही पंजाब की सियासत विच वड्डा तूफान आ गया। सूबे के मुख मंत्री भगवंत मान तो लैके दिल्ली के मुख मंत्री अते कैबिनेट मंत्रियों ने एक सुर दे विच राज्यपाल के फैसले की खुल के खिलाफत की। राज्यपाल के इस फैसले से लोकतंत्र की हत्या तक करार दे दिता गया अते नाल ही राज्यपाल उपर कई गंभीर आरोप भी लाते। इजलास रद्द तो बाद सूबे की राजधानी चंडीगढ़ विच अज भी पूरा दिन सियासी बवाल रहा। आम आदमी पार्टी वालों सवेरे 9 बजे ही विधायक दल की बैठक सद लई जाती है ते उस तो बाद बीजेपी के प्रदर्शन के नाल नाल अकाली दल अते कांग्रेस ने भी प्रेस कॉन्फ्रेंस करके मुद्दे ते जम के सियासत की है। ते आओ हुण प्राइम टाइम दे विच तुहानूं सिलसिलेवार तरीके नाल दसदे हां कि ऑपरेशन लोटस नूं लैके जो सियासी चिंगारी पंजाब विच उठी उस नूं लैके अज चंडीगढ़ दे विच की कुछ वापरिया। अज दिन का खास इजलास रद्द होने तो बाद अज जिवें ही सवेर हुई तो आम आदमी पार्टी ने भी अपने विधायक दल की बैठक पंजाब विधान सभा विच सद लई। यह बैठक सवेरे 9 बजे रखी गई। खबर मिलदे ही सारे विधायक मंत्री अते मुख मंत्री बैठक विच हिस्सा लैण लई पहुंच गए। इस दौरान साडी टीम भी पल पल की नज़र सारे विधायकों ते रही अते काफी विधायकों नाल साडी रिपोर्टर कमलदीप कौर ने गलबात भी की क्योंकि मुद्दा बहुत वड्डा सी ते आम आदमी पार्टी के विधायकों का आरोप सी कि ऑपरेशन लोटस ते कांग्रेस अते अकाली दल के नेता बीजेपी का साथ दे रहे हैं जदों कि उन्हां दी पार्टी अपने स्टैंड ते पूरी तरह कायम है। आओ सुनते हैं कि विधायकों ने की कुछ आख्या। बिल्कुल जी बिल्कुल सुनेहा ਤਾਂ ਅਸੀਂ ਪੂਰੇ ਪੰਜਾਬ ਲਈ ਸੁਨੇਹਾ ਜਿਹੜਾ ਜਿਸ ਮਕਸਦ ਲਈ ਸਦਨ ਸੱਦਿਆ ਸੀਗਾ ਉਹ ਸੁਨੇਹਾ ਤਾਂ ਚੱਲੇ ਹੀ ਜਾਣਾ ਜੀ। ਪੰਜਾਬ ਦੇ ਲੋਕ ਬੀਜੇਪੀ ਔਰ ਕਾਂਗਰਸ ਦੇ ਮੂੰਹ ਕਣੀ ਦੇਖ ਰਿਹਾ। ਉਹੀ ਕੈਪਟਨ ਅਮਰਿੰਦਰ ਸਿੰਘ ਜਿਹੜਾ 4.5 ਸਾਲ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਂਦਾ ਰਿਹਾ ਔਰ ਹੁਣ ਬੀਜੇਪੀ ਦੇ ਝੋਲੀ 'ਚ ਗਿਰ ਗਿਆ। ਆ ਪ੍ਰਤਾਪ ਬਾਜਵਾ ਕੱਲ ਬੰਨ ਕੇ ਲਾਲਜੀ ਪੱਗ ਲੱਗਿਆ ਸੀ ਇੱਥੇ ਪ੍ਰਵਚਨ ਕਰਨ। ਇਹਦਾ ਭਰਾ ਆਪ ਦਾ ਬੀਜੇਪੀ ਤੁਰਿਆ ਫਿਰਦਾ ਜੀ। ਆਪ ਜਾ ਕੇ ਅਮਿਤ ਸ਼ਾਹ ਦੇ ਪੈਰੀਂ ਹੱਥ ਲਾਉਂਦੇ ਜਾ ਕੇ ਇਹ ਆ ਸੁਖਪਾਲ ਖਹਿਰਾ ਵਰਗੇ ਚੱਲੇ ਅੱਜ ਜਿੰਨੇ ਇਹਦੇ ਨਾਲ ਦੇ ਸਾਰੇ ਬੰਦੇ ਸਾਰੇ ਬੀਜੇਪੀ ਜਾਣ ਨੂੰ ਫਿਰਦੇ ਆ। ਪਰ ਪ੍ਰਤਾਪ ਬਾਜਵਾ ਦਾ ਧੰਨਵਾਦ ਕੀਤਾ ਗਵਰਨਰ ਦਾ। ਆ ਧੰਨਵਾਦ ਆਪੇ ਕਰਨਾ, ਇਹਨਾਂ ਦੀ ਲੱਤਾਂ ਦਾ ਜਾਨ ਹੈ ਨਹੀਂ। ਕਾਂਗਰਸ ਤਾਂ ਖਤਮ ਹੋ ਗਈ, ਸਾਰੀ ਬੀਜੇਪੀ ਚ ਰਲ ਗਈ। ਹੁਣ ਇਹਨਾਂ ਦਾ ਆਪੇ ਧੰਨਵਾਦ ਕਰਨਾ। ਪ੍ਰਤਾਪ ਬਾਜਵੇ ਦਾ ਕੀ ਇਤਬਾਰ ਹੈ ਵੀ ਬੀਜੇਪੀ ਚ ਰਲ ਜਾਵੇ। ਅਗਰ ਇਸ ਤਰ੍ਹਾਂ ਦਿੱਲੀ ਵਾਂਗ ਜੇ ਇੱਥੇ ਵੀ ਟਸਲ ਸ਼ੁਰੂ ਹੋ ਗਈ ਤਾਂ ਫਿਰ ਅੱਗੇ ਕਿੱਦਾਂ ਚੱਲੇਗਾ? ਦੇਖੋ ਲੋਕਤੰਤਰ ਦੇ ਵਿੱਚ 92 ਐਮਐਲਏਆਂ ਦੀ ਪ੍ਰਚੰਡ ਬਹੁਮਤ ਦੀ ਸਰਕਾਰ ਨੂੰ ਅਗਰ ਇਹ ਇਦਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਠੀਕ ਹੈ ਨਾ, ਤਾਂ ਉਹਨਾਂ ਨੂੰ ਡਰਾਉਣ ਦੀ ਧਮਕਾਉਣ ਦੀ ਮੈਸੇਜ ਕਰਕੇ ਬੜਾ ਕੁਛ ਅੱਜ ਹੋਣਾ ਸੀਗਾ ਜੀ। ਠੀਕ ਹੈ ਨਾ। ਬਾਦਲ ਨੇ ਵੀ ਧੰਨਵਾਦ ਕੀਤਾ ਗਵਰਨਰ ਸਾਹਿਬ ਦਾ। ਸੁਖਬੀਰ ਸਿੰਘ ਬਾਦਲ ਤੇ ਕੀ ਗੱਲ ਕਰਨੀ ਹੈ ਜੀ, ਉਹ ਛੱਡੋ ਪਰਾਂ। ਐਕਸਪਾਇਰੀ ਡੇਟਾਂ ਨੇ ਖਤਮ ਹੋ ਗਈਆਂ ਸਾਰੀਆਂ। ਸੁਖਬੀਰ ਸਿੰਘ ਬਾਦਲ ਦੇ ਅੱਲੇ ਪੱਲੇ ਕੁਛ ਨਹੀਂ ਆ। ਠੀਕ ਹੈ ਨਾ। ਉਹ ਤਾਂ ਆਪ ਦੀ ਲੜਾਈ ਲੜ ਰਿਹਾ, ਆਪਦਾ ਪਰਿਵਾਰ ਬਚ ਜਾਵੇ, ਉਹਨਾਂ ਦਾ ਐਡੀ ਵੱਡੀ ਗੱਲ ਹੈ। ਉਹ ਕਹਿੰਦੇ ਡਰਾਮੇ ਕਰਦੀ ਹੈ ਕਹਿੰਦੀ ਆਮ ਆਦਮੀ ਪਾਰਟੀ। ਕੌਣ ਕਹਿੰਦਾ ਜੀ? ਵਿਰੋਧੀ ਕਹਿ ਰਹੇ ਆ ਤੁਹਾਡੇ। ਵਿਰੋਧੀਆਂ ਨੇ ਤਾਂ ਕਹਿਣਾ ਹੀ ਆ ਜੀ। ਇਹਨਾਂ ਨੇ ਜਿਹੜਾ ਡਰਾਮਾ ਪਿਛਲੇ 44 ਸਾਲਾਂ 'ਚ ਪੰਜਾਬ ਨਾਲ ਕੀਤਾ, ਅਕਾਲੀਆਂ ਕਾਂਗਰਸੀਆਂ ਨੇ 19 ਸਾਲ ਅਕਾਲੀ ਦਲ ਨੇ ਰਾਜ ਕੀਤਾ, 25 ਸਾਲ ਕਾਂਗਰਸ ਨੇ ਰਾਜ ਕੀਤਾ, ਉਹ ਡਰਾਮਾ ਸਾਰਾ ਪੰਜਾਬ ਦੇਖ ਰਿਹਾ ਜੀ। ਹੈ ਉਹ ਸੁਖਬੀਰ ਸਿੰਘ ਬਾਦਲ ਜੀ ਦੀ ਘਰ ਵਾਲੀ ਬੀਜੇਪੀ ਦੇ ਵਿੱਚ ਮੰਤਰੀ ਸੀ ਔਰ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਸੀ, ਸਾਰਾ ਪੰਜਾਬ ਦੇਖਦਾ ਜੀ। ਇਹ ਵੀ ਇਲਜ਼ਾਮ ਲੱਗਦਾ ਹੈ ਕਿ ਜੋ ਪੰਜਾਬ 'ਚ ਉਹੀ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਹਦਾ ਮੈਸੇਜ ਹਿਮਾਚਲ ਤੇ ਗੁਜਰਾਤ 'ਚ ਦਿੱਤਾ ਜਾ ਸਕੇ। ਨਹੀਂ ਦੇਖੋ ਮੇਰੀ ਗੱਲ ਸੁਣੋ, ਇੱਕ ਚੁਣੀ ਹੋਈ ਪ੍ਰਚੰਡ ਬਹੁਮਤ ਦੀ ਸਰਕਾਰ ਨੂੰ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਰਾਉਣ ਦੀ। ਠੀਕ ਹੈ ਨਾ ਜੀ। ਇਹ ਕੰਮ ਇਹਨਾਂ ਨੇ ਪਹਿਲਾਂ ਐਮਪੀ 'ਚ ਕੀਤਾ, ਹੁਣ ਮਹਾਰਾਸ਼ਟਰ 'ਚ ਕੀਤਾ, ਬਿਹਾਰ ਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ। ਚਲੋ ਥੋੜਾ ਸ਼ੈਤਾਨ ਸਮਝ ਲਓ, ਚਲਾਕ ਸੀਗੇ ਨਿਤਿਸ਼ ਕੁਮਾਰ, ਉਹ ਪਾਲਾ ਚੇਂਜ ਕਰਕੇ ਫਿਰ ਮੁੱਖ ਮੰਤਰੀ ਬਣ ਗਏ। ਬੀਜੇਪੀ ਨੇ ਜਿਹੜਾ ਕੰਮ ਫੜਿਆ ਹੈ ਜੀ ਖਰੀਦੋ ਫਰੋਖਤ ਦਾ, ਇਹ ਦੇਸ਼ ਲਈ ਖਤਰਨਾਕ ਹੈ, ਲੋਕਤੰਤਰ ਲਈ ਖਤਰਨਾਕ ਹੈ। ਲੋਕਾਂ ਦੁਆਰਾ ਚੁਣੀ ਗਈ ਸਰਕਾਰ ਨੂੰ ਨਕਾਰ ਕੇ ਹਾਰੇ ਹੋਏ ਨਿਕੰਮੇ ਬੰਦਿਆਂ ਨੂੰ ਦੁਬਾਰਾ ਤੁਸੀਂ ਉਹਨਾਂ ਨੂੰ ਮੌਕਾ ਦੇ ਕੇ ਇੱਕ ਸਰਕਾਰ ਬਣਾਉਣੀ, ਇਹ ਲੋਕਤੰਤਰ ਦਾ ਬਹੁਤ ਵੱਡਾ ਕੰਮ ਹੈ। ਉਹ ਤੇ ਵੇਲੇ ਨੇ ਜੀ, ਕਰ ਲੈਣ ਤੋਂ ਜੋ ਕਰਨਾ, ਏਡੀ ਨਹੀਂ ਪਰਵਾਹ ਸਾਨੂੰ। ਬਸ ਇਹੋ ਹੀ ਹੈ ਵੀ ਇੱਕ ਗੱਲ ਦੀ ਖੁਸ਼ੀ ਹੈ, ਬੀਜੇਪੀ ਡਰੀ ਹੈ। ਇੱਕ ਬਰਨਾਲੇ ਦੇ ਵਿੱਚ ਲਾਠੀ ਚਾਰਜ ਹੋਇਆ, ਉਹਨੂੰ ਲੈ ਕੇ ਇੱਕ ਛੋਟੀ ਜਿਹੀ ਬੱਚੀ ਦੀ ਵੀਡੀਓ ਵਾਇਰਲ ਆਈ। ਉਹ ਵੀ ਕਹਿ ਰਹੀ ਹੈ ਮਾਨ ਸਾਹਿਬ ਨੂੰ ਕਿ ਡੰਡੇ ਕਿਉਂ ਮਾਰੇ ਮੇਰੀ ਮਾਂ ਨੇ ਤੁਸੀਂ। ਦੇਖੋ ਜੀ ਮੈਂ ਤੁਹਾਨੂੰ ਦੱਸਦਾ ਵਾਂ, ਇਹਦੇ ਵਿੱਚ ਮਾਨ ਸਾਹਿਬ ਦਾ ਕੋਈ ਕਸੂਰ ਨਹੀਂ। ਠੀਕ ਹੈ ਜੀ। ਜਦੋਂ ਕੋਈ ਰੂਲ ਰੈਗੂਲੇਸ਼ਨ ਕੋਈ ਮੈਨੂੰ ਲੱਗਦਾ ਵੀ ਜੇ ਉਹ ਤੋਂ ਬਾਹਰ ਜਾਏਗਾ ਤੇ ਕਾਨੂੰਨ ਤੇ ਖੜਾ ਨਾ ਜੀ ਆਪਣੀ ਜਗ੍ਹਾ। ਸੱਤਾ ਦੇ ਵਿੱਚ ਤਾਂ ਇਸ ਵਾਅਦੇ ਦੇ ਨਾਲ ਆਈ ਸੀ ਨਾ ਕਿ ਅਸੀਂ ਡੰਡੇ ਵਗੈਰਾ ਨਹੀਂ ਮਾਰਾਂਗੇ। ਦੇਖੋ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜੇ
ਨਜਾਇਜ਼ ਹੀ ਕਿਤੇ ਨਾ ਕਿਤੇ ਜ਼ਿਆਦਾ ਹੀ ਕਿਸੇ ਨੂੰ ਹਰਾਸ ਵੀ ਕਰੀ ਜਾ, ਤੇ ਆਪਾਂ ਉਹਦੇ ਵਿੱਚ ਸੱਤਾ ਨਹੀਂ ਕਹਿ ਰਹੇ, ਉਹਦੇ ਵਿੱਚ ਸੀਐਮ ਸਾਹਿਬ ਨਹੀਂ ਕਹਿ ਰਹੇ, ਉਹਦੇ ਵਿੱਚ ਕਿਤੇ ਨਾ ਕਿਤੇ ਕਾਨੂੰਨ ਹੈ। ਜੇ ਕਾਨੂੰਨ ਨੂੰ ਗਲਤ ਨਜ਼ਰ ਆ ਰਿਹਾ, ਔਰ ਜੇ ਤੁਹਾਨੂੰ ਲੱਗਦਾ ਵਾ ਜਾਂ ਸਾਨੂੰ ਲੱਗਦਾ ਵੀ ਕਾਨੂੰਨ ਦੇ ਰਾਖਿਆਂ ਨੇ ਗਲਤ ਕੀਤਾ, ਤੇ ਉਹਦੇ ਤੇ ਕਾਰਵਾਈ ਹੋਊਗੀ। ਤੁਸੀਂ ਦੇਖਿਆ ਕਿ ਕਿਵੇਂ ਦੇਵਮਾਨ ਆੜੇ ਹੱਥੋਂ ਲੈਂਦੇ ਨੇ ਬੀਜੇਪੀ ਨੂੰ ਵੀ ਤੇ ਅਕਾਲੀਆਂ ਨੂੰ ਵੀ, ਤੇ ਉਧਰ ਸ਼ਹਿਰੀ ਕਲਸੀ ਦਾ ਵੀ ਉਹੀ ਹਾਲ ਸੀ। ਕਹਿੰਦੇ ਬੀਜੇਪੀ ਦਾ ਇੱਕ ਤਾਂ ਗੱਲ ਹੋ ਗਈ ਹੈ ਕਿ ਬੀਜੇਪੀ ਡਰ ਗਈ ਹੈ, ਤੇ ਇੱਕ ਪਾਸੇ ਵਿਧਾਨ ਸਭਾ ਦੇ ਅੰਦਰ ਵਿਧਾਇਕ ਦਲ ਦੀ ਬੈਠਕ ਚੱਲ ਰਹੀ ਸੀ, ਤੇ ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਬੈਠਕ ਸੱਦ ਲਈ ਗਈ। ਕੈਬਨਿਟ ਬੈਠਕ ਦਾ ਸੱਦਾ ਆਪਣੇ ਆਪ ਵਿੱਚ ਵੀ ਕਾਫੀ ਅਚੰਭੇ ਵਾਲਾ ਸੀ ਕਿ ਆਖਰਕਾਰ ਇੰਨੇ ਘੱਟ ਸਮੇਂ ਦੇ ਅੰਦਰ ਇਹ ਬੈਠਕ ਕਿਉਂ ਸੱਦੀ ਗਈ ਹੈ। ਪਰ ਬੈਠਕ ਖਤਮ ਹੋਈ ਤਾਂ ਮੁੱਖ ਮੰਤਰੀ ਦੀ ਇੱਕ ਵੀਡੀਓ ਵੀ ਸਾਹਮਣੇ ਆਈ। ਇਸ ਦੌਰਾਨ ਉਹਨਾਂ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਫਿਰ ਤੋਂ 27 ਸਤੰਬਰ ਨੂੰ ਵਿਧਾਨ ਸਭਾ ਦਾ ਇਜਲਾਸ ਸੱਦਿਆ ਗਿਆ ਹੈ, ਤੇ ਇਸ ਦੌਰਾਨ ਬਿਜਲੀ ਅਤੇ ਪਰਾਲੀ ਤੋਂ ਇਲਾਵਾ ਪੰਜਾਬ ਨਾਲ ਸੰਬੰਧਿਤ ਕਈ ਹੋਰ ਮੁੱਦਿਆਂ ਤੇ ਵੀ ਚਰਚਾ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਦੇ ਨਾਂ ਕੀ ਕੁਝ ਸੰਦੇਸ਼ ਦਿੱਤਾ, ਆਓ ਉਹ ਵੀ ਸੁਣ ਲੈਂਦੇ ਹਾਂ। ਅੱਜ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਹੋਈ, ਮੰਤਰੀ ਮੰਡਲ ਦੀ ਮੀਟਿੰਗ ਹੋਈ, ਜਿਹਦੇ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ 27 ਸਤੰਬਰ ਦਿਨ ਮੰਗਲਵਾਰ 27 ਸਤੰਬਰ 2022 ਦਿਨ ਮੰਗਲਵਾਰ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਊਗਾ, ਜਿਹਦੇ ਵਿੱਚ ਸਪੀਕਰ ਸਾਹਿਬ ਦੀ ਇਜਾਜ਼ਤ ਨਾਲ ਬਿਜਲੀ ਪਰਾਲੀ ਵਗੈਰਾ ਮੁੱਦੇ ਜਿਹੜੇ ਨੇ ਉਹ ਵਿਚਾਰੇ ਜਾਣਗੇ। ਪਿਛਲੇ ਦਿਨੀ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਨੂੰ ਪਰਮਿਸ਼ਨ ਦੇ ਕੇ ਅਗਲੇ ਦਿਨ ਉਹਨੂੰ ਰੱਦ ਕਰਨ ਦੀ ਜਿਹੜੀ ਘਟਨਾ ਹੋਈ ਹੈ ਮੰਦਭਾਗੀ ਹੈ। ਇਹਦੇ ਵਿਰੁੱਧ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਤਾਂ ਕਿ ਲੋਕਾਂ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ, ਰਾਜਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾ ਸਕੇ, ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ। ਪਰ ਇਸ ਸਾਰੇ ਘਟਨਾਕ੍ਰਮ 'ਚੋਂ ਇੱਕ ਬਹੁਤ ਹੈਰਾਨੀਜਨਕ ਗੱਲ ਸਾਹਮਣੇ ਆਈ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਉਹ ਬੀਜੇਪੀ ਦੇ ਨਾਲ ਆਪਰੇਸ਼ਨ ਲੋਟਸ ਦੇ ਹੱਕ 'ਚ ਖੜੀ ਨਜ਼ਰ ਆਈ। ਕਾਂਗਰਸ ਪਾਰਟੀ, ਅਕਾਲੀ ਦਲ ਤੇ ਬੀਜੇਪੀ ਤਿੰਨੋਂ ਸਵਾਗਤ ਕਰ ਰਹੇ ਨੇ ਕਿ ਸੈਸ਼ਨ ਰੱਦ ਹੋ ਗਿਆ। ਇੱਥੋਂ ਕੀ ਸਿੱਧ ਹੁੰਦਾ ਹੈ? ਇੱਥੋਂ ਇਹੀ ਸਿੱਧ ਹੁੰਦਾ ਹੈ ਇਕੱਲੇ ਪੰਜਾਬ 'ਚ ਨਹੀਂ, ਕਾਂਗਰਸ ਪਾਰਟੀ ਜਿਹੜੀ ਕਿ ਖੁਦ ਪੀੜਤ ਹੈ ਆਪਰੇਸ਼ਨ ਲੋਟਸ ਦੀ, ਕਈ ਸਟੇਟਾਂ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਤੋੜਤੀਆਂ ਬੀਜੇਪੀ ਨੇ, ਕਈ ਸਟੇਟਾਂ 'ਚ ਉਹਨਾਂ ਦੇ ਐਮਐਲਏ ਜਿਹੜੇ ਨੇ ਉਹ ਸ਼ਾਮਲ ਹੋ ਰਹੇ ਨੇ ਬੀਜੇਪੀ 'ਚ। ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਦੋਨੇ ਪਾਰਟੀਆਂ ਰਲੀਆਂ ਹੋਈਆਂ ਨੇ। ਇਹਨਾਂ ਨੇ ਸੋਚਿਆ ਹੋਣਾ ਕਿ ਖੇਤਰੀ ਪਾਰਟੀਆਂ ਜਿਹੜੀਆਂ ਨੇ ਉੱਭਰ ਰਹੀਆਂ ਨੇ ਉਹਨਾਂ ਨੂੰ ਖਤਮ ਕਰ ਦਿਓ, ਆਪਾਂ ਦੋਵੇਂ ਰਹਿ ਜਾਾਂਗੇ ਤੇ ਰਾਜ ਕਰਾਂਗੇ। ਪਰ ਇਸ ਤਰ੍ਹਾਂ ਨਹੀਂ ਹੋਣਾ। ਮੈਨੂੰ ਲੱਗਦਾ ਹਿਸਾਬ ਕਿਤਾਬ ਵੀ ਇਹਨਾਂ ਦੇ ਸਾਂਝੇ ਹੀ ਹੋਣਗੇ। ਆਮ ਆਦਮੀ ਪਾਰਟੀ ਆਮ ਲੋਕਾਂ 'ਚੋਂ ਨਿਕਲੀ ਹੋਈ ਪਾਰਟੀ ਹੈ, ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ 'ਚ। ਇਹ ਐਂਟੀ ਕਰਪਸ਼ਨ ਮੂਵਮੈਂਟ 'ਚੋਂ ਨਿਕਲੀ ਹੋਈ ਪਾਰਟੀ ਹੈ। ਉਹ ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ, ਦਰਿਆ ਆਪਣਾ ਰਸਤਾ ਆਪ ਬਣਾਉਂਦੇ ਨੇ। ਸੋ ਆਮ ਆਦਮੀ ਪਾਰਟੀ ਜਿਹੜੀ ਹੈ ਹਰ ਰੋਜ਼ ਉਹਦੇ ਕਾਫਲੇ 'ਚ, ਉਹਦੇ ਪਰਿਵਾਰ 'ਚ ਵਾਧਾ ਹੋ ਰਿਹਾ, ਤੇ ਅਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੈਰ ਲੋਕਤਾਂਤਰਿਕ ਜਿਹੜੀਆਂ ਹਰਕਤਾਂ ਨੇ ਉਹਨਾਂ ਤੋਂ ਡਰਨ ਵਾਲੇ ਨਹੀਂ ਹੈਗੇ। ਸੋ ਅਸੀਂ 27 ਤਰੀਕ ਦਿਨ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਵਾਂਗੇ ਤਾਂ ਕਿ ਪੰਜਾਬ ਵੱਲੋਂ ਪੂਰੇ ਦੇਸ਼ ਨੂੰ ਇਹ ਸੁਨੇਹਾ ਜਾਵੇ ਕਿ ਲੋਕਤੰਤਰ ਜਿਹੜਾ ਹੈ ਉਹ ਲੋਕਾਂ ਦਾ ਹੈ। ਲੋਕਤੰਤਰ 'ਤੇ ਕੋਈ ਇੱਕ ਜਾਣਾ ਜਿਹੜਾ ਹੈ ਉਹ ਕਬਜ਼ਾ ਨਹੀਂ ਕਰ ਸਕਦਾ। ਇਨਕਲਾਬ ਜ਼ਿੰਦਾਬਾਦ। ਤੁਸੀਂ ਦੇਖਿਆ ਕਿ ਭਗਵੰਤ ਮਾਨ ਕਿਸ ਤਰੀਕੇ ਨਾਲ ਵੀਡੀਓ ਮੈਸੇਜ ਜਾਰੀ ਕਰਦੇ ਨੇ ਤੇ ਇਹ ਇਤਲਾਹ ਦੇ ਦਿੰਦੇ ਨੇ ਕਿ 27 ਸਤੰਬਰ ਯਾਨੀ ਕਿ ਮੰਗਲਵਾਰ ਨੂੰ ਫਿਰ ਇੱਕ ਵਾਰ ਸਪੈਸ਼ਲ ਸੈਸ਼ਨ ਸੱਦਿਆ ਜਾਏਗਾ। ਖੈਰ ਮੁੱਦੇ ਉਹਨਾਂ ਨੇ ਦੱਸੇ ਪਰਾਲੀ ਨੂੰ ਲੈ ਕੇ ਤੇ ਬਿਜਲੀ ਦੇ ਹੋਰ ਮੁੱਦਿਆਂ ਨੂੰ ਲੈ ਕੇ ਸੈਸ਼ਨ ਹੋਏਗਾ। ਤੇ ਉਧਰ ਕੈਬਨਿਟ ਮੀਟਿੰਗ ਖਤਮ ਹੋਣ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਵਿਧਾਨ ਸਭਾ ਤੋਂ ਲੈ ਕੇ ਰਾਜਪਾਲ ਭਵਨ ਤੱਕ ਸ਼ਾਂਤੀ ਮਾਰਚ ਸ਼ੁਰੂ ਕਰ ਦਿੱਤਾ ਗਿਆ। ਇਹ ਸ਼ਾਂਤੀ ਮਾਰਚ ਵਿੱਚ ਕੈਬਨਿਟ ਮੰਤਰੀਆਂ ਤੇ ਮੁੱਖ ਮੰਤਰੀਆਂ ਨੂੰ ਛੱਡ ਕੇ ਸਾਰੇ ਵਿਧਾਇਕਾਂ ਨੇ ਹਿੱਸਾ ਲਿਆ। ਆਪਣੇ ਹੱਥਾਂ ਵਿੱਚ ਤਖਤੀਆਂ ਅਤੇ ਬੈਨਰ ਫੜ ਕੇ ਸਾਰੇ ਵਿਧਾਇਕ ਰਾਜਪਾਲ ਨਿਵਾਸ ਵੱਲ ਵਧ ਰਹੇ ਸਨ। ਪਰ ਚੰਡੀਗੜ੍ਹ ਪੁਲਿਸ ਨੇ ਰਸਤੇ ਵਿੱਚ ਹੀ ਬੈਰੀਕੇਡ ਲਾ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਕਾਫਿਲੇ ਨੂੰ ਰੋਕ ਲਿਆ ਸੀ। ਕੁਝ ਦੇਰ ਤੱਕ ਆਪ ਵਿਧਾਇਕ ਤੇ ਉੱਥੇ ਹੀ ਧਰਨਾ ਲਗਾ ਦਿੱਤਾ, ਪਰ ਕਰੀਬ 1 ਘੰਟੇ ਬਾਅਦ ਉਹ ਧਰਨਾ ਚੁੱਕ ਲਿਆ ਗਿਆ। ਇਸ ਦੌਰਾਨ ਸਾਡੀ ਰਿਪੋਰਟਰ ਕਮਲਦੀਪ ਕੌਰ ਨੇ ਕਈ ਵਿਧਾਇਕਾਂ ਨਾਲ ਵੀ ਗੱਲਬਾਤ ਕੀਤੀ। ਸ਼ਾਂਤੀ ਮਾਰਚ ਦੇ ਦੌਰਾਨ ਉਹਨਾਂ ਨੇ ਕੀ ਕੁਝ ਕਿਹਾ, ਆਓ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਰਾਜਪਾਲ ਦਾ ਜਿਹੜਾ ਭਵਨ, ਰਾਜਪਾਲ ਭਵਨ ਘਿਰਾਓ ਕਰਨ ਆਮ ਆਦਮੀ ਪਾਰਟੀ ਚੱਲ ਪਈ ਵਿਧਾਨ ਸਭਾ ਤੋਂ। ਜਿਹੜੇ ਹੈਗੇ ਨੇ ਸਾਰੇ ਵਿਧਾਇਕ ਚੱਲ ਗਏ ਨੇ, ਤਾਂ ਗੱਲਬਾਤ ਕਰਾਂਗੇ।
ਕਿਸ ਤਰ੍ਹਾਂ ਦੇਖਦੇ ਹੋ ਪੂਰੇ ਮਾਮਲੇ ਨੂੰ? ਅੱਜ ਜੋ ਲੋਟਸ ਉਹਨਾਂ ਨੇ ਬੀਜੇਪੀ ਨੇ ਕੀਤਾ ਉਹਦੇ ਖਿਲਾਫ ਅਸੀਂ ਲੋਕਾਂ ਦੇ ਸਾਰੇ ਚੁਣੇ ਹੋਏ ਨੁਮਾਇੰਦੇ ਨੇ, ਲੋਕਤੰਤਰ ਦਾ ਘਾਣ ਹੈ। ਸੋ ਅੱਜ ਇਸ ਨੂੰ ਮੂੰਹ ਤੋੜ ਜਵਾਬ ਦੇਣ ਲਈ ਅਸੀਂ ਅੱਜ ਚੱਲੇ ਆ ਰੋਸ ਪ੍ਰਦਰਸ਼ਨ ਕਰਨੇ, ਜਿਹੜੇ ਸਾਰੇ ਐਮਐਲਏ ਸਾਹਿਬਾਨ ਚੱਲੇ ਨੇ। ਸੋ ਇਸ ਕਰਕੇ ਲੋਕਤੰਤਰ ਦਾ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦਾ ਘਾਣ ਜਿਹੜਾ ਕੀਤਾ ਜਾ ਰਿਹਾ। ਜੀ 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 ਤਾਂ ਨਰਿੰਦਰ ਕੌਰ ਭਰਾ ਜੀ ਸਾਡੇ ਨਾਲ ਹੈਗੇ ਨੇ। ਮੈਂ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਇਆ? ਦੇਖੋ ਅਸੀਂ ਕਿਉਂਕਿ ਸਾਨੂੰ ਲੋਕਾਂ ਨੇ ਚੁਣ ਕੇ ਭੇਜਿਆ, ਇੱਕ ਪਾਸੇ ਪੰਜਾਬ ਦੇ ਲੋਕ ਨੇ, ਆਵਾਮ ਆ ਜਿਨ੍ਹਾਂ ਨੇ ਸਾਨੂੰ ਚੁਣ ਕੇ 92 ਵਿਧਾਇਕਾਂ ਦੇ ਨਾਲ ਅੱਜ ਅਸੀਂ ਸਰਕਾਰ ਬਣਾਈ ਆ। ਦੂਸਰੇ ਪਾਸੇ ਜਿਹੜੇ ਇੱਕ ਸਿਲੈਕਟਡ ਜਿਹੜੇ ਰਾਜਪਾਲ ਨੇ ਉਹਨਾਂ ਨੇ ਇਸ ਕੈਬਨਿਟ ਦੇ ਫੈਸਲੇ ਨੂੰ ਵੀ ਔਰ ਪੰਜਾਬ ਸਰਕਾਰ ਦੇ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਉਹਨੂੰ ਮਨਜ਼ੂਰੀ ਦੇ ਕੇ ਨਾ ਮਨਜ਼ੂਰ ਕਰਨਾ ਬਾਅਦ ਦੇ ਵਿੱਚ ਇਹ ਬਹੁਤ ਵੱਡਾ ਇੱਕ ਲੋਕਤੰਤਰ ਦਾ ਜਿਹੜਾ ਘਾਣ ਇੱਕ ਕਤਲ ਕੀਤਾ ਗਿਆ। ਸੋ ਇਹਦੇ ਖਿਲਾਫ ਅਸੀਂ ਜਿਹੜੀ ਡਟ ਕੇ ਚਾਹੇ ਸਾਨੂੰ ਸੁਪਰੀਮ ਕੋਰਟ ਜਾਣਾ ਪਵੇ ਔਰ ਅੱਜ ਅਸੀਂ ਜਿਹੜਾ ਰਾਜਪਾਲ ਦੇ ਜਿਹੜੇ ਕੋਰਟ ਦਾ ਵੀ ਰੁਖ ਕਹੋਗੇ ਮੈਮ ਇਸ ਨੂੰ ਲੈ ਕੇ ਜਿਹੜਾ ਸੈਸ਼ਨ ਦਾ ਰੱਦ ਕੀਤਾ? ਬਿਲਕੁਲ ਅਸੀਂ ਕੋਰਟ ਦਾ ਵੀ ਰੁਖ ਕਰਾਂਗੇ ਜੀ। ਤਾਂ ਨਰਿੰਦਰ ਕੌਰ ਭਾਜ ਹੈਗੇ ਨੇ, ਕਹਿ ਰਹੇ ਨੇ ਕਿ ਅਸੀਂ ਕੋਰਟ ਦਾ ਜਿਹੜਾਗਾ ਰੁਖ ਕਰਾਂਗੇ ਕਿਉਂਕਿ ਕਹਿੰਦੇ ਲੋਕਤੰਤਰ ਦਾ ਜਿਹੜਾਗਾ ਘਾਣ ਹੋਇਆ। ਤਾਂ ਪ੍ਰੋਫੈਸਰ ਬਲਜਿੰਦਰ ਕੌਰ ਹੈਗੇ ਨੇ, ਮੈਂ ਮੀਟਿੰਗ ਦੇ ਵਿੱਚ ਕੀ ਤੁਸੀਂ ਆਪਣਾ ਫੈਸਲਾ ਲਿਆ? ਮੀਟਿੰਗ ਤਾਂ ਸਿੰਪਲੀ ਜਿਹੜਾ ਅੱਜ ਦਾ ਇਹ ਮਾਰਚ ਆ ਉਹਨੂੰ ਲੈ ਕੇ ਆ ਹੋਈ ਆ, ਡਿਸਕਸ ਹੋਈ ਆ ਤੇ ਇੱਕ ਥੋੜਾ ਜਿਹਾ ਜਿਹੜਾ ਕੈਬਨਿਟ ਦੀ ਮੀਟਿੰਗ ਸੀ ਜਸਟ ਇਟ ਵਾਸ ਲਾਈਕ ਦੈਟ। ਕੋਰਟ ਦਾ ਰੁਖ ਕਰੋਗੇ ਜਿਹੜਾ ਸੈਸ਼ਨ ਰੱਦ ਹੋਇਆ ਹੁਣ? ਹਾਂ ਬਿਲਕੁਲ ਸਰਕਾਰ ਜਿਹੜੀ ਕੋਰਟ 'ਚ ਲੈ ਕੇ ਜਾਊਗੀ ਕਿਉਂਕਿ ਕਿਤੇ ਵੀ ਲਿਖਿਆ ਨਹੀਂ ਹੈਗਾ ਕਿ 2 ਦਿਨ ਪਹਿਲਾਂ ਪਰਮਿਸ਼ਨ ਦੇ ਦਿਓ ਤੇ 2 ਦਿਨ ਬਾਅਦ ਤੁਸੀਂ ਸੈਸ਼ਨ ਰੱਦ ਕਰ ਦਿਓ। ਲੱਗਦਾ ਕਿ ਮੈਂ ਮਨਜ਼ੂਰੀ ਮਿਲ ਸਕਦੀ ਹੈ ਅਗਲੇ ਵਾਰ ਅਗਰ ਸੈਸ਼ਨ ਤੁਸੀਂ ਰੱਖਣਾ ਹੋਵੇ? ਮਿਲਣੀ ਚਾਹੀਦੀ ਆ, ਜਿਹੜਾ ਸਹੀ ਗੱਲ ਆ ਕਨਸਟੀਟਿਊਸ਼ਨ ਐਸ ਪਰ ਕਨਸਟੀਟਿਊਸ਼ਨ ਇਹ ਮਿਲਣੀ ਚਾਹੀਦੀ। ਕਹਿ ਰਹੇ ਨੇ ਬਾਕੀ ਤੁਹਾਡੇ ਵਿਰੋਧੀ ਕਹਿੰਦੇ ਆਮ ਆਦਮੀ ਪਾਰਟੀ ਕਹਿੰਦੇ ਨਾ ਡਰਾਮੇ ਕਰ ਰਹੀ ਹੈ। holding a placard in her hand, ਪੈਸਾ ਤੰਤਰ ਮੁਰਦਾਬਾਦ। ਉਹ ਤਾਂ ਖੁਦ ਇਨਵੋਲਡ ਨੇ ਕਿ ਆਪਰੇਸ਼ਨ ਲੋਟਸ ਜਿਹੜਾ ਕਾਮਯਾਬ ਹੋਵੇ। ਸੋ ਵਿਰੋਧੀਆਂ ਨੇ ਗੱਲਾਂ ਕਰਨੀਆਂ ਹੁੰਦਾ, ਲੋਕਾਂ ਦੀ ਆਵਾਜ਼ ਆ ਬੇਸਿਕਲੀ। ਤਾਂ ਪ੍ਰੋਫੈਸਰ ਬਲਜਿੰਦਰ ਕੌਰ ਹੈਗੇ ਨੇ, ਕਹਿ ਰਹੇ ਨੇ ਕਿ ਲੋਕਤੰਤਰ ਦਾ ਜਿਹੜਾ ਘਾਣ ਹੋਇਆ। ਤਾਂ ਬਠਿੰਡਾ ਤੋਂ ਵਿਧਾਇਕ ਹੈਗੇ ਨੇ ਸਾਡੇ ਨਾਲ। ਵਿਧਾਇਕ ਸਾਹਿਬ ਕਿਵੇਂ ਜਿਹੜੀ ਮੀਟਿੰਗ ਦੇ ਵਿੱਚ ਤੁਸੀਂ ਕੀ ਫੈਸਲਾ ਲਿਆ? ਮੀਟਿੰਗ ਦੇ ਵਿੱਚ ਜਿਹੜਾ ਰਾਜਪਾਲ ਦੇ ਫੈਸਲੇ ਦੇ ਖਿਲਾਫ ਅੱਜ ਸਾਰੇ ਵਿਧਾਇਕ ਜਿਹੜਾ ਮਾਰਚ ਕੱਢ ਰਹੇ ਨੇ, ਸ਼ਾਂਤੀ ਮਾਰਚ, ਤਾਂ ਕਿ ਪੰਜਾਬ ਦੇ ਲੋਕਾਂ ਨੂੰ ਔਰ ਹਿੰਦੁਸਤਾਨ ਦੇ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਚੁਣੇ ਹੋਈ ਲੋਕਾਂ ਦੀ ਜਿਹੜੀ ਸਰਕਾਰ ਹੈ, ਚੁਣੇ ਹੋਏ ਨੁਮਾਇੰਦੇ ਹੈ, ਉਹਨਾਂ ਦੇ ਫੈਸਲਿਆਂ ਨੂੰ ਇੱਕ ਨੋਮੀਨੇਟਡ ਨੁਮਾਇੰਦਾ ਜਿਹੜਾ ਕੇਂਦਰ ਸਰਕਾਰ ਦਾ ਉਹ ਬਦਲ ਰਿਹਾ, ਜਿਹੜਾ ਕਿ ਉਹਨੂੰ ਕੋਈ ਇਖਤਿਆਰ ਨਹੀਂ। ਕਿਉਂਕਿ ਜਿਹੜਾ ਕਾਰਨ ਇਹ ਹੈ ਕਿ ਜਿਹੜੀ ਕੇਂਦਰ ਸਰਕਾਰ ਸੀ, ਬੀਜੇਪੀ ਦੀ ਸਰਕਾਰ ਹੈ, ਉਹਨੂੰ ਖਤਰਾ ਸੀ ਕਿ ਸੈਸ਼ਨ ਲਾਈਵ ਚੱਲਣਾ ਔਰ ਜੋ ਕੁਛ ਉਹ ਪਿਛਲੇ ਸਮੇਂ ਤੋਂ ਆਪਰੇਸ਼ਨ ਲੋਟਸ ਰਾਹੀਂ ਗੋਆ ਦੂਜੀਆਂ ਸਟੇਟਾਂ 'ਚ ਕਰ ਰਹੇ ਔਰ ਪੰਜਾਬ 'ਚ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਜਿਹੜਾ ਕਾਮਯਾਬ ਨਹੀਂ ਹੋਇਆ, ਉਹਦਾ ਪਰਦਾਫਾਸ਼ ਦੁਨੀਆ ਦੇ ਲੈਵਲ ਤੇ ਹੋਣਾ। ਕਾਂਗਰਸ ਸਰਕਾਰ ਵੇਲੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਤਾਂ ਐਮਰਜੈਂਸੀ ਲਾਈ ਸੀ। ਅੱਜ ਬੀਜੇਪੀ ਡਿਕਟੇਟਰਾਂ ਨਾਲ ਰੁਝਾਨ ਵੱਲ ਵਧ ਰਹੀ ਹੈ, ਜਿਹੜਾ ਹਿੰਦੁਸਤਾਨ ਦੇ ਲੋਕਤੰਤਰ ਨੂੰ ਖਤਰਾ ਹੈ। ਕੀ ਲੱਗਦਾ ਇਹਨਾਂ ਪ੍ਰਦਰਸ਼ਨਾਂ ਦੇ ਨਾਲ ਕੋਈ ਫਰਕ ਪਊਗਾ? ਕਿਸੇ ਸਮੇਂ ਅੰਗਰੇਜ਼ ਦਾ ਰਾਜ ਸੀ, ਉਸ ਸਮੇਂ ਵੀ ਸਵਾਲ ਕੀਤਾ ਜਾਂਦਾ ਸੀ ਕਿ ਜਿਹੜੇ 4 ਬੰਦੇ ਉੱਠ ਕੇ ਮੁਜ਼ਾਹਰੇ ਕਰ ਰਹੇ ਆ, ਅੰਗਰੇਜ਼ਾਂ ਦਾ ਵਿਰੋਧ ਕਰ ਰਹੇ ਆ, ਕੀ ਉਸ 'ਚ ਫਰਕ ਪਾ ਸਕਣਗੇ? ਹੋਇਆ ਕੀ? ਹਿੰਦੁਸਤਾਨ ਆਜ਼ਾਦ ਹੋਇਆ, ਬਿਲਕੁਲ ਫਰਕ ਪਊਗਾ। ਤੇ ਭਾਜਪਾ ਵੀ ਤੁਹਾਡੇ ਅੰਗੇਜਡ ਹੁਣ ਪ੍ਰਦਰਸ਼ਨਕਾਰੀ ਸੀਐਮ ਕੋਠੀ ਘੇਰ ਰਹੇ ਆ। ਭਾਜਪਾ ਜਿਹੜੀ ਆ ਉਹ ਤਾਂ ਕੱਲੀ ਸੀਐਮ ਨਹੀਂ ਕਰ ਰਹੀ, ਉਹ ਤਾਂ ਰਾਜਪਾਲ ਦਾ ਦਖਲ ਦੇ ਕੇ ਸਰਕਾਰ ਨੂੰ ਜਿਹੜਾ ਹੈਗਾ ਆਪਦੇ ਕੰਮਾਂ ਤੋਂ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਸਭ ਕੁਝ ਭਾਜਪਾ ਦੇ ਇਸ਼ਾਰਿਆਂ ਤੇ ਹੋ ਰਿਹਾ। ਜਿਹੜੇ ਮੰਤਰੀ ਰਿਹਾ, ਐਮਪੀ ਰਿਹਾ, ਐਡੀਸ਼ਨਲ ਸੋਲੀਸਿਟਰ ਜਨਰਲ ਜਿਹੜਾ ਸਤਪਾਲ ਜੈਨ, ਉਸ ਤੋਂ ਰਾਏ ਲਈ ਗਈ ਹੈ। ਜੇ ਪੰਜਾਬ ਦੇ ਗਵਰਨਰ ਨੇ ਰਾਏ ਲੈਣੀ ਸੀ, ਪੰਜਾਬ ਦਾ ਉਹ ਗਵਰਨਰ, ਪੰਜਾਬ ਦੇ ਐਡਵੋਕੇਟ ਜਨਰਲ ਤੋਂ ਰਾਏ ਲੈਂਦਾ। ਤੁਹਾਡੇ ਵਿਰੋਧੀ ਕਹਿ ਰਹੇ ਨੇ, ਕਹਿੰਦੇ ਕੀ ਲੋੜ ਸੀਗੀ ਇਸ ਮਤੇ ਨੂੰ ਲਿਆਉਣ ਦੀ? ਕਹਿੰਦੇ ਭਰੋਸਾ ਹੈ ਨਹੀਂ ਸੀਗਾ ਵਿਧਾਇਕਾਂ ਨੂੰ। ਨਹੀਂ, ਅਸੀਂ ਭਰੋਸੇ ਦਾ ਮਤ ਜਿਹੜਾ ਮੁੱਖ ਮੰਤਰੀ ਦਾ ਅਧਿਕਾਰ ਹੈ, ਜਦੋਂ ਮਰਜ਼ੀ ਉਹ ਲੈ ਸਕਦਾ ਹੈ, ਤੇ ਗਵਰਨਰ ਦਾ ਬਲਕਿ ਭਰੋਸੇ ਦਾ ਵੋਟ ਲੈਣ ਲਈ ਕਹਿ ਸਕਦਾ, ਨਾ ਕਿ ਰੋਕ ਸਕਦਾ। ਤਾਂ ਵਿਧਾਇਕਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਜਿਹੜੇ ਹੈਗੇ ਨੇ ਉਹਨਾਂ ਨਾਲ ਫਰਕ ਜਿਹੜਾ ਜ਼ਰੂਰ ਪਏਗਾ। ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਵਿਧਾਇਕ ਜਿਹੜੇ ਹੈਗੇ ਨੇ ਸ਼ਾਂਤੀ ਜਿਹੜਾ ਇੱਕ ਪੂਰਵਕ ਮਾਰਚ ਜਿਹੜਾ ਕੱਢਿਆ ਜਾ ਰਿਹਾ, ਰਾਜ ਭਵਨ ਨੂੰ ਜਾ ਰਹੇ ਨੇ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ। ਤਾਂ ਮਲੇਰਕੋਟਲਾ ਤੋਂ ਵਿਧਾਇਕ ਹੈਗੇ ਨੇ ਸਾਡੇ ਨਾਲ। ਸਰ, ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਪ੍ਰਦਰਸ਼ਨਾਂ ਦਾ ਤੁਹਾਡੇ ਸ਼ਾਂਤੀ ਮਾਰਚ ਨਾਲ ਫਾਇਦਾ ਹੋਏਗਾ? ਹਾਂਜੀ, ਅਸੀਂ ਜੋ ਡੈਮੋਕ੍ਰੇਸੀ ਦਾ ਕਤਲ ਹੋਇਆ ਹੈ ਉਹਦੇ ਵਿਰੋਧ 'ਚ ਅਸੀਂ ਇਹ ਮਾਰਚ ਕੱਢ ਰਹੇ ਹਾਂ। ਗਵਰਨਰ ਸਾਹਿਬ ਨੇ ਬੀਜੇਪੀ ਦੀ ਸੈਂਟਰ ਦੀ ਲੀਡਰਸ਼ਿਪ ਦੇ ਇਸ਼ਾਰਿਆਂ ਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਰੱਦ ਕੀਤਾ ਹੈ ਔਰ ਇਹ ਡੈਮੋਕ੍ਰੇਸੀ ਦਾ ਕਤਲ ਹੈ। ਅਸੀਂ ਇਸ ਦਾ ਸਖਤ ਵਿਰੋਧ ਕਰਦੇ ਹਾਂ। ਔਰ ਇਸ ਤੋਂ ਪਹਿਲਾਂ ਸਾਡੇ ਕਈ ਐਮਐਲਏ ਸਾਹਿਬਾਨ ਨੂੰ
ਆਪਰੇਸ਼ਨ ਲੋਟਸ ਦੇ ਤਹਿਤ ਲਾਲਚ ਦੇ ਕੇ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਤੇ ਅੱਜ 92 ਦੇ 92 ਐਮਐਲਏ ਚਟਾਨ ਦੀ ਤਰ੍ਹਾਂ ਇਕਜੁੱਟ ਹੋ ਕੇ ਖੜੇ ਨੇ ਔਰ ਅਸੀਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਸੇਵਾ ਕਰਨ ਲਈ ਜੋ ਉਹਨਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਵਿਧਾਨ ਸਭਾ ਵਿੱਚ ਭੇਜਿਆ ਹੈ ਅਸੀਂ ਉਹਨਾਂ ਦੀ ਸੇਵਾ ਦੇ ਲਈ ਆਏ ਹਾਂ ਔਰ ਸਾਨੂੰ ਕਿਸੇ ਵੀ ਲਾਲਚ ਦੇ ਤਹਿਤ ਜਾਂ ਕਿਸੇ ਵੀ ਡਰ ਔਰ ਖੌਫ ਦੇ ਕੇ ਸਾਨੂੰ ਖਰੀਦਿਆ ਜਾਂ ਸਾਨੂੰ ਡਰਾਇਆ ਧਮਕਾਇਆ ਅਕਾਲੀ ਦਲ ਕਹਿੰਦੇ ਸਾਡੇ ਸਾਹਮਣੇ ਰੱਖੋ ਸਬੂਤ, ਕਹਿੰਦੇ ਦੱਸਦੇ ਕਿਉਂ ਨਹੀਂ ਵੀ ਕਿੰਨਾਂ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਰਾ ਕੁਝ ਸਾਹਮਣੇ ਆਉਣਾ ਸੀ, ਇਸੇ ਤੋਂ ਡਰ ਕੇ ਤੇ ਸੈਸ਼ਨ ਜਿਹੜਾ ਹੈ ਰੱਦ ਕੀਤਾ ਹੈ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਸੈਸ਼ਨ ਫੇਰ ਬੁਲਾ ਰਹੇ ਹਾਂ ਤੇ ਉਹਦੇ ਵਿੱਚ ਸਾਰਾ ਰਾਜਪਾਲ ਇਹ ਗੱਲ ਕਹਿ ਰਹੇ ਨੇ, ਕਹਿੰਦੇ ਕਾਨੂੰਨ ਦੇ ਕਿਸੇ ਪ੍ਰਾਵਧਾਨ ਹੀ ਹੈ ਨਹੀਂ, ਕਹਿੰਦੇ ਕੁਛ ਇਦਾਂ ਦਾ ਤੁਸੀਂ ਸੈਸ਼ਨ ਸੱਦ ਲਓ। ਜਦੋਂ ਕੈਬਨਿਟ ਪਾਸ ਕਰ ਦੇਵੇ ਤੇ ਰਾਜਪਾਲ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਸੈਸ਼ਨ ਬੁਲਾਉਣ 'ਚ ਔਰ ਉਹਨਾਂ ਨੇ ਇਸੇ ਕਰਕੇ ਪਹਿਲਾਂ ਸੈਸ਼ਨ ਬੁਲਾਉਣ ਦੇ ਆਰਡਰਸ ਕੀਤੇ ਔਰ ਜਦੋਂ ਤਾਂ ਤੋਂ ਪ੍ਰੈਸ਼ਰ ਪਿਆ ਬੀਜੇਪੀ ਲੀਡਰਸ਼ਿਪ ਦਾ ਸੈਂਟਰ ਤੋਂ ਫਿਰ ਉਹਨਾਂ ਨੇ ਉਹ ਰੱਦ ਕੀਤੇ। ਕੀ ਲੱਗਦਾ ਹੁਣ ਤੁਹਾਨੂੰ ਫਰਕ ਪਊਗਾ ਜੇ ਤੁਸੀਂ ਕੋਰਟ ਦਾ ਰੁਖ ਕਰੋਗੇ? ਬਿਲਕੁਲ ਬਿਲਕੁਲ ਸਾਨੂੰ ਇਨਸਾਫ ਮਿਲੇਗਾ ਔਰ ਇਹ ਜਿਹੜਾ ਡੈਮੋਕ੍ਰੇਸੀ ਦਾ ਮਜ਼ਾਕ ਉਡਾਇਆ ਗਿਆ ਹੈ, ਡੈਮੋਕ੍ਰੇਸੀ ਦਾ ਕਤਲ ਹੋਇਆ ਹੈ, ਸਾਨੂੰ ਇਸ ਤਾਲੁਕ ਨਾਲ ਪੂਰਾ ਇਨਸਾਫ ਮਿਲੇਗਾ। ਤਾਂ ਵਿਧਾਇਕ ਹੈਗੇ ਨੇ ਸਾਰੇ ਕਹਿ ਰਹੇ ਨੇ ਕਿ ਡੈਮੋਕ੍ਰੇਸੀ ਦਾ ਕਤਲ ਹੋਇਆ, ਲੋਕਤੰਤਰ ਦਾ ਜਿਹੜਾ ਕਤਲ ਹੋਇਆ। ਤਾਂ 92 ਦੇ 92 ਵਿਧਾਇਕ ਸੜਕ ਤੇ ਹੈਗੇ ਨੇ, ਬਲਕਾਰ ਸਿੱਧੂ ਹੈਗੇ ਨੇ, ਰਾਮਪੁਰਾ ਤੋਂ ਵਿਧਾਇਕ ਨੇ। ਕਿਵੇਂ ਦੇਖਦੇ ਹੋ ਇਹਨਾਂ ਦੇ ਸ਼ਾਂਤੀ ਮਾਰਚ ਦਾ ਕੋਈ ਫਰਕ ਪਊਗਾ? ਸ਼ਾਂਤੀ ਮਾਰਚ ਅਸੀਂ ਇਹ ਤਾਂ ਦੱਸ ਰਹੇ ਹਾਂ ਲੋਕਾਂ ਨੂੰ ਵੀ ਇਹ ਭਾਈ ਲੋਕਤੰਤਰ ਦਾ ਜਿਹੜਾ ਇਹ ਕਤਲ ਹੋ ਰਿਹਾ, ਲਿਖਿਆ ਉਹ ਡਾਕਟਰ ਅੰਬੇਦਕਰ ਜੀ ਦਾ ਸਾਹਿਬ ਦਾ ਸੰਵਿਧਾਨ, ਉਹਦੀ ਹੱਤਿਆ ਕਰ ਰਹੇ ਨੇ। ਇਹ ਸਿਰਫ ਤੇ ਸਿਰਫ ਜਿਹੜੀ ਭਾਜਪਾ ਦੀ ਟੋਲੀ ਆ, ਮੋਦੀ ਸ਼ਾਹ ਜਿਹੜੀ ਟੋਲੀ ਆ, ਦੋਨਾਂ ਦੀ ਜੋੜੀ ਆ, ਉਹ ਸਾਰਾ ਦੇਸ਼ ਆ ਜਿਹੜਾ ਇੱਕ ਡਿਕਟੇਟਰਸ਼ਿਪ ਲਿਆਉਣੀ ਚਾਹੁੰਦੇ ਆ ਵੀ ਸਾਡਾ ਡਿਕਟੇਟਰ ਹੋਈ। ਅਸੀਂ ਇਹ ਨਹੀਂ ਹੋਣ ਦੇਵਾਂਗੇ। ਖੇਤਰੀ ਪਾਰਟੀਆਂ ਤੋੜ ਰਹੇ ਨੇ ਉਹ। ਇੱਥੇ ਅੱਜ ਕੀ ਹੋਇਆ, ਸੈਸ਼ਨ ਬੁਲਾਇਆ, ਪਹਿਲਾਂ ਇਹਨਾਂ ਨੇ ਪ੍ਰਵਾਨਗੀ ਦਿੱਤੀ, ਰਾਤੋਂ ਰਾਤ ਉੱਪਰੋਂ ਹੁਕਮ ਚੜ ਗਿਆ ਵੀ ਸੈਸ਼ਨ ਨਹੀਂ ਹੋਣ ਦੇਣਾ। ਉਹਦੇ ਲਈ ਦੱਸਦੇ ਵੀ ਸਾਡਾ ਲੋਕਤੰਤਰ ਬਚਾ ਲਈਏ ਕਿਉਂਕਿ ਲੋਕਤੰਤਰ ਦਾ ਘਾਣ ਕਰ। ਹੁਣ ਦੇਖੋ, ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੜਕਾਂ ਤੇ ਪ੍ਰਦਰਸ਼ਨ ਕਰਨ ਲਈ ਉਤਰੇ ਸਨ ਤਾਂ ਦੂਜੇ ਪਾਸੇ ਬੀਜੇਪੀ ਦੇ ਨੇਤਾ ਅਤੇ ਵਰਕਰ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘੇਰਨ ਲਈ ਤਿਆਰੀ ਕਰ ਰਹੇ ਸੀ। ਤੇ ਸਭ ਤੋਂ ਪਹਿਲਾਂ ਬੀਜੇਪੀ ਦੇ ਨੇਤਾਵਾਂ ਨੇ ਦਫ਼ਤਰ ਵਿੱਚ ਇੱਕ ਰੈਲੀ ਕੀਤੀ ਅਤੇ ਫਿਰ ਵੱਡੀ ਗਿਣਤੀ ਵਿੱਚ ਬੀਜੇਪੀ ਦੇ ਨੇਤਾ ਅਤੇ ਵਰਕਰ ਮੁੱਖ ਮੰਤਰੀ ਦੀ ਕੋਠੀ ਵੱਲ ਵਧੇ। ਹਾਲਾਂਕਿ ਚੰਡੀਗੜ੍ਹ ਪੁਲਿਸ ਨੇ ਪਹਿਲਾਂ ਹੀ ਬੀਜੇਪੀ ਨੂੰ ਰੋਕਣ ਲਈ ਬੈਰੀਕੇਡਿੰਗ ਕਰ ਰੱਖੀ ਸੀ। ਇਸ ਦੌਰਾਨ ਬੀਜੇਪੀ ਵਰਕਰਾਂ ਅਤੇ ਪੁਲਿਸ ਦੇ ਵਿਚਾਲੇ ਝੜਪ ਵੀ ਹੋਈ। ਬਾਅਦ ਵਿੱਚ ਚੰਡੀਗੜ੍ਹ ਪੁਲਿਸ ਨੇ ਬੀਜੇਪੀ ਵਰਕਰਾਂ ਦੇ ਵਾਟਰ ਕੈਨਨ ਦਾ ਵੀ ਇਸਤੇਮਾਲ ਕੀਤਾ। ਇਸ ਦੌਰਾਨ ਕਈ ਬੀਜੇਪੀ ਵਰਕਰ ਸੜਕ ਵਿਚਾਲੇ ਡਿੱਗ ਵੀ ਪਏ। ਹਾਲਾਂਕਿ ਇਸ ਦੌਰਾਨ ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਦੇ ਅੰਦਰ ਉਹ ਕਿਸੇ ਵੀ ਤਰ੍ਹਾਂ ਨਾਲ ਗੈਰ ਸੰਵਿਧਾਨਿਕ ਕੰਮ ਨਹੀਂ ਹੋਣ ਦੇਣਗੇ। ਭਵਿੱਖ ਅੰਦਰ ਵੀ ਉਹਨਾਂ ਦੀ ਪਾਰਟੀ ਅਜਿਹੇ ਪ੍ਰਦਰਸ਼ਨ ਕਰਦੀ ਰਹੇਗੀ। ਸੰਵਿਧਾਨ ਨਾਲ, ਕਾਨੂੰਨ ਨਾਲ, ਲੋਕਤੰਤਰ ਨਾਲ ਚੱਲਣਾ। ਕੇਜਰੀਵਾਲ ਦੇ ਇਸ਼ਾਰਿਆਂ ਤੇ ਮਾਨ ਸਾਹਿਬ ਚੱਲਣਾ ਬੰਦ ਕਰਨ ਔਰ ਇਹ ਪੰਜਾਬ ਨੂੰ ਅਪਮਾਨਿਤ ਹੋਣਾ ਪੈਂਦਾ ਬਾਰ-ਬਾਰ। ਪੰਜਾਬ ਦੇ ਲੋਕਾਂ ਨੇ ਮਾਨ ਨੂੰ ਵੋਟਾਂ ਪਾਈਆਂ, ਮਾਨ ਨੂੰ ਇੱਦਾਂ ਪ੍ਰਚੰਡ ਬਹੁਮਤ ਲੋਕਾਂ ਦੇ ਨਾਲ ਜਨਤਕ ਮੁੱਦਿਆਂ ਨੂੰ ਪੂਰਾ ਕਰਨ ਲਈ ਮਿਲਿਆ, ਨਾ ਕਿ ਕੇਜਰੀਵਾਲ ਨੂੰ ਖੁਸ਼ ਕਰਨ ਲਈ। ਐਸਾ ਕਿ ਜਦੋਂ ਕੋਈ ਅਸੰਵਿਧਾਨਿਕ ਤਰੀਕੇ ਦੇ ਨਾਲ ਸਰਕਾਰ ਨਿਯਮਾਂ ਦਾ ਉਲੰਘਣ ਕਰੇਗੀ, ਲੋਕਤੰਤਰ ਨੂੰ ਤਾਰ-ਤਾਰ ਕਰੇਗੀ ਤੇ ਵਿਪਕਸ਼ ਦੇ ਨਾਤੇ ਰਾਜਪਾਲ ਤੱਕ ਗੁਹਾਰ ਲਗਾਣਾ ਸਾਡਾ ਰਾਜਨੀਤਿਕ ਲੋਕਤਾਂਤਰਿਕ ਅਧਿਕਾਰ ਹੈ। ਅਸੀਂ ਉਹਦਾ ਪ੍ਰਯੋਗ ਕੀਤਾ, ਉਹਦੇ ਅੰਦਰ ਅਸੀਂ ਨਿਯਮਾਂ ਦਾ ਹਵਾਲਾ ਦਿੱਤਾ। ਰਾਜਪਾਲ ਜੀ ਨੇ ਕਾਨੂੰਨੀ ਸਲਾਹ ਲੈ ਕੇ ਨਿਯਮਾਂ ਅਨੁਸਾਰ ਉਹਨੂੰ ਰੱਦ ਕੀਤਾ। ਇਹ ਸਾਡਾ ਅਧਿਕਾਰ ਸੀ, ਅਸੀਂ ਉਹਦਾ ਪ੍ਰਯੋਗ ਕੀਤਾ। ਦੇਖੋ, ਉਹਦੇ ਉੱਤੇ ਸਰਕਾਰ ਦੇ ਆਪਣੇ ਅਧਿਕਾਰ ਨੇ, ਮੈਂ ਉਹਦੇ ਤੇ ਕਿਉਂ ਟਿੱਪਣੀ ਕਰਾਂਗਾ। ਪਰ ਅੱਜ ਦੇ ਇਹ ਸ਼ਾਂਤੀ ਮਾਰਚ ਨਹੀਂ ਕੱਢ ਰਹੇ, ਇਹ ਅਸ਼ਾਂਤੀ ਮਾਰਚ ਕੱਢ ਰਹੇ ਨੇ। ਇਹਨਾਂ ਨੇ ਦੇਸ਼ ਦੇ ਲੋਕਤੰਤਰ ਨੂੰ ਅਸ਼ਾਂਤ ਕੀਤਾ।
ਰਾਜਪਾਲ ਦੇ ਪਦ ਦੀ ਗਰਿਮਾ ਨੂੰ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ। ਦੇਸ਼ ਦੇ ਨਿਯਮਾਂ ਦੇ ਨਾਲ ਚੱਲਣਾ, ਕਾਨੂੰਨ ਦੇ ਨਾਲ ਚੱਲਣਾ, ਉਹਦੀਆਂ ਧੱਜੀਆਂ ਉਡਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੰਖਿਆ ਬਲ ਦੇ ਆਧਾਰ ਦੇ ਉੱਤੇ। ਔਰ ਇਹ ਅਸ਼ਾਂਤੀ ਮਾਰਚ ਜਿਹੜਾ ਇਹ ਇਹਨਾਂ ਦੇ ਡਰਾਮਾਬਾਜ਼ੀ ਜਿਹੜੀ ਹੈ ਇਹ ਪੰਜਾਬ ਦੇ ਲੋਕੀ ਸਹਿਣ ਨਹੀਂ ਕਰਨਗੇ। ਅੱਜ ਤੁਸੀਂ ਦੇਖੋ ਸੀ ਪੰਜਾਬ ਦੇ ਅੰਦਰ ਪੰਜਾਬ ਦੇ ਲੋਕੀ ਪੰਜਾਬੀ 'ਚ ਕਹਿੰਦੇ ਥੂ ਕਰ ਰਹੇ ਇਹਨਾਂ ਨੂੰ। ਤੇ ਉਧਰ ਬੀਜੇਪੀ ਵਰਕਰਾਂ ਦਾ ਪ੍ਰਦਰਸ਼ਨ ਸਮਾਪਤ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੀ ਸਿਆਸਤ ਦੀ ਹੱਟੀ ਸ਼ੁਰੂ ਕਰ ਦਿੱਤੀ। ਪੰਜਾਬ ਦੇ ਸਾਬਕਾ ਵਜ਼ੀਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਕਈ ਤੱਥਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਐਕਸਪੋਜ਼ ਕਰਦੇ ਹੋਏ ਨਜ਼ਰ ਆਏ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਕਈ ਭਖਦੇ ਮਸਲੇ ਹਨ, ਪਰੰਤੂ ਉਹਨਾਂ ਮੁੱਦਿਆਂ ਤੇ ਆਮ ਆਦਮੀ ਪਾਰਟੀ ਸੈਸ਼ਨ ਬੁਲਾਉਣ ਤੋਂ ਭੱਜ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੂੰ ਬੇਭਰੋਸਗੀ ਹੈ ਤਾਂ ਮਾਨਯੋਗ ਰਾਜਪਾਲ ਨੂੰ ਇਸ ਸਰਕਾਰ ਨੂੰ ਭੰਗ ਕਰ ਦੇਣਾ ਚਾਹੀਦਾ ਹੈ ਅਤੇ ਪੰਜਾਬ ਵਿੱਚ ਫਿਰ ਤੋਂ ਸਰਕਾਰ ਚੁਣਨ ਲਈ ਵਿਧਾਨ ਸਭਾ ਚੋਣਾਂ ਵਾਸਤੇ ਚੋਣ ਕਮਿਸ਼ਨ ਨੂੰ ਸਿਫਾਰਿਸ਼ ਕਰਨੀ ਚਾਹੀਦੀ ਹੈ। ਕੀ ਕੁਝ ਕਿਹਾ ਉਹ ਸੁਣ ਲੈਂਦੇ ਹਾਂ। ਮੁੱਦਿਆਂ ਦੇ ਤੇ ਸੈਸ਼ਨ ਸੱਦ ਨਹੀਂ ਰਹੇ। ਕੱਲਾ ਕੇਜਰੀਵਾਲ ਸਾਹਿਬ ਦਾ ਇੱਕ ਏਜੰਡਾ ਫਾਰਵਰਡ ਕਰਨ ਲਈ ਤੁਸੀਂ ਇਸ ਪਾਇਆ ਸੰਵਿਧਾਨ ਸਭਾ ਜਿਹੜੇ ਪੰਜਾਬ ਦੇ ਲੋਕਾਂ ਦੇ ਮੁੱਦੇ ਡਿਸਕਸ ਕਰਨ ਵਾਸਤੇ, ਪੰਜਾਬ ਦੇ ਲੋਕਾਂ ਦੇ, ਗਰੀਬਾਂ ਦੇ, ਕਿਸਾਨਾਂ ਦੇ, ਇੰਡਸਟਰੀ ਦੇ, ਵਪਾਰੀ ਦੇ ਭਲੇ ਵਾਸਤੇ ਜਿਹੜੀ ਵਿਧਾਨ ਸਭਾ ਬਣੀ ਹੈ ਉਹ ਡਿਸਕਸ ਕਰਨ ਵਾਸਤੇ ਜਿਸ ਚੀਜ਼ਾਂ ਦੀ ਡਿਸਕਸ਼ਨ ਚਾਹੀਦੀ ਸੀ ਉਸ ਵਾਸਤੇ ਤਾਂ ਸੱਦਿਆ ਨਹੀਂ। ਤੁਸੀਂ ਕਿਹਾ ਸੀਗਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਊ ਇੱਕ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ। ਖੁਦਕੁਸ਼ੀ ਰੁਕਦੀ ਨਹੀਂ, ਕਰਜ਼ਾ ਉਹਨਾਂ ਦਾ ਤੁਸੀਂ ਮਾਫ ਕਰਦੇ ਨਹੀਂ, ਉਹਦੇ ਵਾਸਤੇ ਸੈਸ਼ਨ ਨਹੀਂ ਸੱਦਿਆ। ਨੌਕਰੀਆਂ ਵਾਸਤੇ ਸੈਸ਼ਨ ਨਹੀਂ ਸੱਦਿਆ ਕਿ ਕਦੋਂ ਤੋਂ ਦਊਂਗੇ, ਮਗਰ ਆ ਡਰਾਮੇ ਵਾਸਤੇ ਸੱਦ ਲਿਆ। ਮੈਂ ਤੁਹਾਨੂੰ ਇਹ ਪੁੱਛਦਾ ਜੀ, ਗਵਰਨਰ ਸਾਹਿਬ ਨੇ ਫੈਸਲਾ ਤਾਂ ਚਲੋ ਇੱਕ ਸਹੀ ਕੀਤਾ, ਮਗਰ ਗਵਰਨਰ ਸਾਹਿਬ ਐ ਨਾ ਜਾਪੇ ਕਿ ਤੁਹਾਡਾ ਵੀ ਕੋਈ ਨਾ ਕੋਈ ਰੋਲ ਅਸਲੀਅਤ ਤੱਕ ਪਹੁੰਚਣ ਦਾ ਨਹੀਂ ਹੈ। ਮੈਂ ਕਿਉਂ ਇਹ ਗੱਲ ਕੀਤੀ? ਦੇਖੋ ਰੌਲਾ ਸ਼ੁਰੂ ਕਿੱਥੋਂ ਹੋਇਆ? ਵੀ ਹੈਵ ਟੂ ਗੋ ਬੈਕ ਟੂ ਦੈਟ। ਰੌਲਾ ਸ਼ੁਰੂ 14 ਤਰੀਕ ਨੂੰ ਹੋਇਆ ਜਦੋਂ ਹਰਪਾਲ ਚੀਮਾ ਸਾਹਿਬ, ਹੂਜ਼ ਨੰਬਰ 2 ਇਨ ਕੈਬਨਿਟ, ਫਾਈਨੈਂਸ ਮਿਨਿਸਟਰ ਆਫ ਦ ਸਟੇਟ, ਉਹ ਤੇ ਆਪਣਾ ਅਮਨ ਅਰੋੜਾ ਸਾਹਿਬ ਕਹਿੰਦੇ ਆ ਜੀ ਕਿ ਲੋਕਤੰਤਰ ਨੂੰ ਖਤਰਾ ਹੋ ਗਿਆ, ਔਰ ਕਹਿੰਦੇ ਅਸੀਂ ਸਾਰੇ ਹੀ ਸਬੂਤ ਲੈ ਕੇ ਹੁਣੇ ਚੱਲੇ ਆ ਡੀਜੀਪੀ ਕੋਲ। 10 ਐਮਐਲਏ ਨੂੰ ਲੈ ਕੇ ਚਲੇ ਗਏ। ਇਲਜ਼ਾਮ ਲਾਤਾ ਕਿ 25-25 ਕਰੋੜ ਰੁਪਈਆ ਭਾਵੇਂ ਉਹ ਪੰਜਾਬ ਦੇ ਖਜ਼ਾਨਚੀ ਨੇ ਹਰਪਾਲ ਚੀਮਾ ਸਾਹਿਬ, ਮਗਰ ਬੇਵੋਦਨ ਕਰਨ ਲੱਗ ਗਏ ਜਿਵੇਂ ਭਾਜਪਾ ਦੇ ਨੋਟ ਉਹੀ ਗਿਣ ਰਹੇ ਸੀ। 1875 ਕਰੋੜ ਕਹਿੰਦੇ ਰੱਖ ਲਿਆ ਸਾਡੇ ਵਾਸਤੇ। ਮਗਰ ਜਿਹੜੀ ਕੰਪਲੇਂਟ ਦਿੱਤੀ ਐਸ ਜਰਨਲਿਸਟ, ਮੈਂ ਤੁਹਾਨੂੰ ਪੁੱਛਦਾ ਕਿਉਂਕਿ ਤੁਸੀਂ ਚੌਥਾ ਪਾਵਾ ਹੋ ਡੈਮੋਕ੍ਰੇਸੀ ਦੇ, ਉਹ FIR ਦੇ ਦਰਸ਼ਨ ਹੋਏ ਅੱਜ ਤੱਕ? ਤੁਹਾਨੂੰ ਨਹੀਂ ਹੋਏ? ਚਲੋ ਉਹ ਵੀ ਮੈਂ ਅੱਜ ਕਰਾਊਂਗਾ ਤੁਹਾਨੂੰ। ਉਹ FIR ਜਿੱਡੀ ਹਾਸੋਹੀਣੀ ਤੇ ਨੌਨ ਸੈਂਸਿਕਲ ਬੋਗਸ ਝੂਠ ਦਾ ਪਲੰਦਾ ਉਹ FIR ਹੈ, ਉਹ ਬਾਅਦ 'ਚ ਡਿਸਕਸ ਕਰਾਂਗੇ। ਮਗਰ ਉਸ ਕਰਕੇ ਸੈਸ਼ਨ ਸੱਦਿਆ ਗਿਆ। ਗਵਰਨਰ ਸਾਹਿਬ, ਮੇਰੀ ਤੁਹਾਡੇ ਤੋਂ ਪਹਿਲੀ ਡਿਮਾਂਡ, ਪੰਜਾਬ ਤੇ ਬੋਝ ਪੈਣ ਤੋਂ ਤੁਸੀਂ ਬਚਾ ਲਿਆ, ਤੁਹਾਡਾ ਧੰਨਵਾਦ ਹੈ। ਮਗਰ ਮਾਰਕਨ ਇਨਕੁਆਇਰੀ ਅਸੀਂ ਚਾਹੁੰਦੇ ਸੱਚ ਸਾਹਮਣੇ ਆਵੇ ਕਿ ਜੇ ਕੋਈ ਬੀਜੇਪੀ ਦਾ ਲੀਡਰ, ਜੇ ਕੋਈ ਦਲਾਲ ਐਜ਼ ਸਜੈਸਟਡ ਐਂਡ ਐਲੀਗੇਸ਼ਨ ਮੇਡ ਬਾय ਹਰਪਾਲ ਚੀਮਾ ਤੇ ਅਮਨ ਅਰੋੜਾ ਕਿ ਇਹ ਗੱਲਾਂ ਸੱਚ ਸੀ ਤੇ ਉਹਨਾਂ ਦੇ ਚਿਹਰੇ ਬੇਨਕਾਬ ਹੋਣ, ਉਹਨਾਂ ਦੇ ਖਿਲਾਫ ਕਾਰਵਾਈ ਹੋਵੇ। ਤੇ ਜੇ ਉਹ ਐਲੀਗੇਸ਼ਨ ਝੂਠ ਹੈ ਤੇ ਫਿਰ ਇਹਨਾਂ ਦੇ ਖਿਲਾਫ ਕਾਰਵਾਈ ਕਰੋ। ਲੋਕਾਂ ਨੂੰ ਇਸ ਤਰ੍ਹਾਂ ਮੂਰਖ ਬਣਾਉਣ ਦੇ ਲਈ ਸੈਸ਼ਨ ਨਹੀਂ ਸੱਦੇ ਜਾ ਸਕਦੇ। ਤੇ ਦੂਜੀ ਗੱਲ, ਕੱਲ ਮੈਂ ਇਹਨਾਂ ਦਾ ਵੇਖ ਰਿਹਾ ਸੀ ਕਿ ਨੋ ਕੌਨਫੀਡੈਂਸ ਮੋਸ਼ਨ ਕੋਈ ਲਿਆਵੇ ਨਾ ਤਾਂ ਵੀ ਸੈਸ਼ਨ ਸੱਦਿਆ ਜਾਂਦਾ। ਤੇ ਮੈਂ ਸਮਝਦਾ 92 ਆਪ ਦੇ MLA ਚੋਂ ਇੱਕ ਨੇ ਵੀ ਚਿੱਠੀ ਲਿਖੀ ਕਿ ਸਾਨੂੰ ਭਗਵੰਤ ਮਾਨ ਤੇ ਭਰੋਸਾ ਨਹੀਂ। 22, 23 ਜਾਂ 24 MLA ਨੇ ਆਪੋਜੀਸ਼ਨ ਦੇ। ਜੇ ਸਾਰੇ ਇਕੱਠੇ ਹੋ ਜਾਣ ਮਸਾ ਜਾ ਕੇ ਇਹਨਾਂ ਦੀ ਸਟਰੈਂਥ ਬਣਦੀ ਆ ਨੋ ਕੌਨਫੀਡੈਂਸ ਮੋਸ਼ਨ ਲਿਆਉਣ ਵਾਸਤੇ, ਨਾ ਉਹਨਾਂ ਦੀ ਕੋਈ ਚਿੱਠੀ। ਜੇ ਤੁਸੀਂ ਕੌਨਫੀਡੈਂਸ ਮੋਸ਼ਨ ਲਿਆਉਣਾ ਹੀ ਆਪਦਾ
ਕਿ ਲੋਕਾਂ ਨੂੰ ਤੁਹਾਡੇ ਤੇ ਵਿਸ਼ਵਾਸ ਰਹਿ ਗਿਆ ਕਿ ਨਹੀਂ ਰਹਿ ਗਿਆ। ਵੈਸੇ ਤਾਂ ਜਿਮਨੀ ਚੋਣ ਸੰਗਰੂਰ ਨੇ ਕਲੀਅਰ ਕਰਤੀ ਸੀ ਗੱਲ 3 ਮਹੀਨਿਆਂ 'ਚ, ਤੁਹਾਡਾ ਹਨੀਮੂਨ ਪੀਰੀਅਡ 'ਚ ਹੀ ਕੰਮ ਮੁਕਾਤਾ ਸੀ ਕਿ ਤੁਹਾਡੇ ਤੇ ਭਰੋਸਾ ਨਹੀਂ ਰਹਿ ਗਿਆ ਲੋਕਾਂ ਨੂੰ। ਮਗਰ ਜੇ ਤੁਹਾਨੂੰ ਵਿਸ਼ਵਾਸ ਵਾਕਈ ਚੈੱਕ ਕਰਨਾ ਹੈ ਲੋਕਾਂ ਦਾ ਹੈ ਕਿ ਨਹੀਂ ਹੈ, ਤੇ ਅੱਜ ਮੈਂ ਭਗਵੰਤ ਮਾਨ ਜੀ ਤੁਹਾਡੇ ਤੋਂ ਡਿਮਾਂਡ ਕਰਦਾ ਕਾਲ ਫॉर ਇਲੈਕਸ਼ਨਸ। ਇਲੈਕਸ਼ਨ ਆਪ ਦੀ ਪੰਜਾਬ ਦੀ ਵਿਧਾਨ ਸਭਾ ਰੱਦ ਕਰੋ, ਨਵੇਂ ਸਿਰੇ ਤੋਂ ਇਲੈਕਸ਼ਨ ਬੁਲਾਓ, ਫਿਰ ਪੰਜਾਬ ਦੇ ਲੋਕਾਂ ਨੂੰ ਕੌਨਫੀਡੈਂਸ ਮੋਸ਼ਨ ਅਸਲ ਉਹਨੂੰ ਕਵਾਂਗੇ ਕਿ ਲੋਕਾਂ ਨੂੰ ਕੀ ਤੁਹਾਡੇ ਤੇ ਵਿਸ਼ਵਾਸ ਰਹਿ ਗਿਆ ਕਿ ਨਹੀਂ ਰਹਿ ਗਿਆ। ਕਿਉਂਕਿ ਸੰਗਰੂਰ ਤੋਂ ਬਾਅਦ ਤੁਹਾਡੇ ਗੜ੍ਹ ਤੋਂ ਲੋਕਾਂ ਨੇ ਅਸਲ ਫੈਸਲਾ ਪਹਿਲਾਂ ਹੀ ਸੁਣਾ ਦਿੱਤਾ ਸੀ। ਵਿਕਰਮ ਮਜੀਠੀਆ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਮੀਡੀਆ ਸਾਹਮਣੇ ਆ ਗਏ। ਉਹਨਾਂ ਸਾਫ਼ ਕੀਤਾ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਗੈਰ ਸੰਵਿਧਾਨਿਕ ਤਰੀਕੇ ਨਾਲ ਇਸ ਇਜਲਾਸ ਨੂੰ ਸੱਦ ਰਹੀ ਸੀ ਅਤੇ ਉਹਨਾਂ ਖੁਦ ਰਾਜਪਾਲ ਨੂੰ ਇਸ ਬਾਰੇ ਚਿੱਠੀ ਵੀ ਲਿਖੀ ਸੀ। ਇਸ ਦੇ ਨਾਲ ਹੀ ਉਹਨਾਂ ਮਾਈਨਿੰਗ ਵਰਗੇ ਮੁੱਦਿਆਂ ਦੇ ਵੀ ਆਮ ਆਦਮੀ ਪਾਰਟੀ ਨੂੰ ਘੇਰਿਆ ਅਤੇ ਨਾਲ ਹੀ ਅਮਨ ਅਰੋੜਾ ਨੂੰ ਜੈਗ ਸਿਕਿਉਰਿਟੀ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਦਾ ਵੀ ਤਿੱਖਾ ਜਵਾਬ ਦਿੱਤਾ। ਕੀ ਕੁਝ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ, ਆਓ ਉਹ ਵੀ ਸੁਣਾ ਦਿੰਦੇ ਹਾਂ। ਜਿਹੜਾ ਮੌਜੂਦਾ ਸਰਕਾਰ ਨੂੰ ਇਹ ਬਕਾਇਦਾ ਤੌਰ ਉਹਦੇ ਤੇ ਡਾਇਰੈਕਟ ਇਲਜ਼ਾਮ ਸੀ ਕਿ ਮੌਨਸੂਨ ਸੀਜ਼ਨ ਦੇ ਵਿੱਚ ਜਦੋਂ ਆਨਰੇਬਲ ਸੁਪਰੀਮ ਕੋਰਟ ਨੇ ਸਾਰੇ ਹਿੰਦੁਸਤਾਨ 'ਚ ਪਾਬੰਦੀ ਲਾਈ ਹੈ ਜੁਲਾਈ ਤੋਂ ਲੈ ਕੇ ਸਪਟੈਂਬਰ ਦੀ 31 ਤੱਕ, ਕੋਈ ਇਲੀਗਲ ਤੇ ਕੋਈ ਲਾਅ ਹੀ ਨਹੀਂ ਕਰਦਾ, ਲੀਗਲ ਮਾਈਨਿੰਗ ਵੀ ਨਹੀਂ ਹੋ ਸਕਦੀ। ਹਜ਼ਾਰਾਂ ਟਰੱਕ ਨਿਕਲ ਰਹੇ ਨੇ ਇੰਡੋਸਡ ਬਾਈ ਇੰਡੀਅਨ ਆਰਮੀ ਨੇ ਕਿਹਾ ਕਿ ਸਾਡੇ ਫਰੰਟ ਦੇ ਉੱਤੇ ਕੰਡੇ ਦੀ ਤਾਰ ਕੋਲ ਜਿਹੜੇ ਸਾਡੇ ਬੰਕਰ ਬਣੇ ਨੇ ਉਹ ਸਾਰੇ ਕਮਜ਼ੋਰ ਕਰ ਦਿੱਤੇ ਗਏ। ਸਾਡੀ ਉਸ ਰਿਪਰੈਜ਼ੈਂਟੇਸ਼ਨ ਤੋਂ ਬਾਅਦ ਆਨਰੇਬਲ ਗਵਰਨਰ ਸਾਹਿਬ ਖੁਦ ਗੁਰਦਾਸਪੁਰ ਤੇ ਬਾਰਡਰ ਦੇ ਏਰੀਆ ਵਿਜ਼ਿਟ ਕੀਤਾ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਲੋਕਾਂ ਨੇ ਇਲੀਗਲ ਮਾਈਨਿੰਗ ਕਰਾਈ, ਮੈਂ ਮੌਜੂਦਾ ਸਰਕਾਰ ਦੀ ਗੱਲ ਕਰਨਾ, ਤੇ ਜਿਹੜੇ ਠੇਕੇਦਾਰ ਨੇ ਜਾਂ ਜਿਹੜੇ ਲੋਕ ਇਸ ਐਕਟੀਵਿਟੀ 'ਚ ਹਿੱਸਾ ਲੈ ਰਹੇ ਨੇ ਇਹ ਐਂਟੀ ਨੈਸ਼ਨਲ ਨੇ, ਇਹਨਾਂ ਦੇ ਦੇਸ਼ ਵਿਰੋਧ ਦਾ ਕੇਸ ਰਜਿਸਟਰ ਹੋਣਾ ਚਾਹੀਦਾ। ਤੇ ਆਨਰੇਬਲ ਹਾਈ ਕੋਰਟ ਨੇ ਡਾਇਰੈਕਟਲੀ ਇੰਡਾਈਟ ਕੀਤਾ ਇਹ ਮਾਈਨਿੰਗ ਦੇ ਡਿਪਾਰਟਮੈਂਟ ਨੂੰ, ਇਹ ਗੱਲ ਕਹੀ ਕਿ ਹੁਣ ਅੱਗੇ ਤੋਂ ਕੋਈ ਮਾਈਨਿੰਗ ਦਾ ਟੈਂਡਰ ਉਹਨਾਂ ਚਿਰ ਨਹੀਂ ਖੁੱਲੇਗਾ ਜਿੰਨਾ ਚਿਰ ਹਾਈ ਕੋਰਟ ਇਜਾਜ਼ਤ ਨਹੀਂ ਦਿੰਦਾ। ਹੁਣ ਉਸ ਤੋਂ ਬਾਅਦ ਅਕਾਲੀ ਦਲ ਵੀ ਗਿਆ, ਉਸ ਤੋਂ ਬਾਅਦ ਭਾਜਪਾ ਵੀ ਗਈ, ਉਸ ਤੋਂ ਬਾਅਦ ਬਹੁਜਨ ਸਮਾਜ ਵੀ ਗਈ। ਆਪੋਜੀਸ਼ਨ ਨੇ ਤੇ ਜਿੱਥੇ ਗਲਤ ਕੰਮ ਕਰਨਗੇ ਉਹ ਜਾਏਗੀ। ਹੁਣ ਜੇ ਮੈਂ ਰਿਪਰੈਜ਼ੈਂਟੇਸ਼ਨ ਇਹ ਕੱਲੀ ਹੈ ਜੋ ਪੰਜਾਬ ਦੇ ਨਾਲ ਵੱਡੇ ਪੈਮਾਨੇ ਤੇ ਅਨਕਨਸਟੀਟਿਊਸ਼ਨਲ ਕੰਮ ਹੋਣ ਲੱਗਾ ਸੀ, ਐਂਟੀ ਡੈਮੋਕ੍ਰੈਟਿਕ ਕੰਮ ਹੋਣ ਲੱਗਾ ਸੀ, ਜੇ ਉਹਦੇ ਵਿੱਚ ਸੁਖਪਾਲ ਸਿੰਘ ਖਹਿਰੇ ਨੇ ਵੀ ਚਿੱਠੀ ਘੱਲੀ ਹੈ ਤੇ ਜੇ ਕਿਸੇ ਹੋਰ ਜਮਾਤ ਨੇ ਵੀ ਘੱਲੀ ਤੇ ਅਸੀਂ ਉਹਦੇ ਵਿੱਚ ਕੀ ਕਰ ਸਕਦੇ ਹਾਂ। ਜਿਹੜੀ ਲੋਟਸ ਦੀ ਗੱਲ ਇਹ ਮੈਂ ਤੁਹਾਨੂੰ ਦੱਸੀ ਹੈ, ਇਹਨਾਂ ਨੇ ਗੱਲ ਕਹੀ, ਇਹ ਕਾਂਗਰਸ ਦੀ ਪਾਰਟੀ ਹੈ ਜਿਹੜੀ ਸਾਰੀ ਦੀ ਸਾਰੀ ਭਾਜਪਾ ਦਾ ਅੱਜ ਹਿੰਦੁਸਤਾਨ ਦੇ ਵਿੱਚ ਸਾਰਿਆਂ ਨਾਲੋਂ ਵੱਧ ਜੇ ਇਹਨਾਂ ਦੀਆਂ ਏਜੰਸੀਜ਼ ਕੰਮ ਕਰ ਰਹੀਆਂ ਉਹ ਕਾਂਗਰਸ ਦੇ ਖਿਲਾਫ ਕਰ, ਭਾਵੇਂ ਕਾਂਗਰਸ ਪ੍ਰੈਜ਼ੀਡੈਂਟ ਸੋਨੀਆ ਗਾਂਧੀ ਜੀ ਦੇ ਖਿਲਾਫ ਹੋਣ, ਭਾਵੇਂ ਰਾਹੁਲ ਜੀ ਦੇ ਖਿਲਾਫ ਹੋਣ, ਭਾਵੇਂ ਵੇਰੀਅਸ ਸੀਨੀਅਰ ਕਾਂਗਰਸ ਲੀਡਰਸ ਦੇ ਖਿਲਾਫ ਹੋਣ। ਸਾਡੀਆਂ ਸਰਕਾਰਾਂ ਇਹਨਾਂ ਨੇ ਤੋੜੀਆਂ, ਭਾਵੇਂ ਮੱਧ ਪ੍ਰਦੇਸ਼ 'ਚ ਹੋਏ, ਭਾਵੇਂ ਰਾਜਸਥਾਨ ਆਲਮੋਸਟ ਕੰਢੇ ਤੇ ਸੀ, ਉੱਤਰਾਖੰਡ ਦੇ ਵਿੱਚ ਹਰੀਸ਼ ਰਾਵਤ ਦੀ ਗਵਰਨਮੈਂਟ ਤੋੜੀ ਗਈ, ਗੋਆ ਦੇ ਵਿੱਚ ਸਾਡੀ ਬੰਦੀ ਸਰਕਾਰ ਤੋੜੀ ਗਈ, ਨਾਰਥ ਈਸਟ ਸਾਡੀਆਂ ਨਿਊਮਰਸ ਸਰਕਾਰਾਂ ਤੋੜੀਆਂ ਗਈਆਂ, ਮਹਾਰਾਸ਼ਟਰ 'ਚ ਵੀ ਅਸੀਂ ਹਿੱਸੇਦਾਰ ਸੀ ਜਿਹਨੂੰ ਤੋੜਿਆ ਗਿਆ, ਝਾਰਖੰਡ ਨੂੰ ਤੋੜਨ ਦੀ ਹੁਣ ਕੋਸ਼ਿਸ਼ ਕੀਤੀ ਜਿਹਦੇ ਤੇ ਅਸੀਂ ਬਰਾਬਰ ਦੇ ਹਿੱਸੇਦਾਰ ਸੀ, ਬਿਹਾਰ ਦੀ ਸਾਡੀ ਗਵਰਨਮੈਂਟ ਭੰਨੀ ਗਈ ਉਹਦੇ ਵਿੱਚ ਅਸੀਂ ਵਿੱਚ ਸੀ। ਤੁਸੀਂ ਸਮਝਦੇ ਹੋ ਕਿ ਸਾਡਾ ਕੋਈ ਰਾਬਤਾ ਇਹਨਾਂ ਨਾਲ ਹੋ ਸਕਦਾ? ਮੈਂ ਇਹਨਾਂ ਸਾਰੇ ਚੀਜ਼ਾਂ ਨੂੰ ਬਕਾਇਦਾ ਤੌਰ ਸਿਰਿਓਂ ਖਾਰਜ ਕਰਨਾ, ਤੇ ਮੇਰਾ ਐਲੀਗੇਸ਼ਨ ਦੂਸਰਾ ਹੈ, ਸਗੋਂ ਇਹ ਉਹ ਜਮਾਤ ਹੈ ਜਿਹੜੀ ਬੀ ਟੀਮ ਹੈ ਆਰਐਸਐਸ ਦੀ ਤੇ ਬੀਜੇਪੀ ਦੀ। ਤੁਸੀਂ ਵੇਖੋ ਜਦੋਂ ਅੰਨਾ ਹਜ਼ਾਰੇ ਜੀ ਨੇ ਮੂਵਮੈਂਟ ਸ਼ੁਰੂ ਕੀਤੀ ਇੰਡੀਆ ਅਗੇਂਸਟ ਕਰਪਸ਼ਨ, ਇੱਕ ਛੋਟੇ ਜਿਹੇ ਪਿੰਡ 'ਚ ਰਹਿੰਦੇ ਨੇ ਅਹਿਮਦਾਬਾਦ ਦੇ ਕੋਲ, ਮਹਾਰਾਸ਼ਟਰ ਦੇ ਵਿੱਚ ਅਹਿਮਦਨਗਰ, ਉਹਦੇ ਕੋਲ ਉਹਨਾਂ ਦਾ ਪਿੰਡ ਹੈ। ਉਹਨਾਂ ਨੂੰ ਆਪਣੇ ਪਿੰਡ 'ਚੋਂ ਕਿਹੜੀਆਂ ਤਾਕਤਾਂ ਲੈ ਕੇ ਆਈਆਂ ਮੈਂ ਕਹਿ ਨਹੀਂ ਸਕਦਾ, ਕੁਝ ਸੈਂਟਰ ਦੀਆਂ ਤਾਕਤਾਂ ਜਿਹੜੀਆਂ ਯੂਪੀਏ ਦੇ ਖਿਲਾਫ ਸੀ ਉਹਨਾਂ ਨੂੰ ਮਨੂਵਰ ਕੀਤਾ, ਕਿਉਂਕਿ ਗਾਂਧੀਅਨ ਸਨ, ਸੱਚੇ ਸੁੱਚੇ ਸੀ, ਇਮਾਨਦਾਰ ਸੀ, ਦਿਲ ਦੀ ਤੜਪ ਸੀ, ਦੇਸ਼ ਦੀ ਤੜਪ ਸੀ ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਨੂੰ ਵਰਗਲਾ ਕੇ ਲੈ ਆਂਦਾ। ਰਾਮਲੀਲਾ ਗਰਾਊਂਡ ਦੇ ਵਿੱਚ ਇਕੱਠ ਹੋਇਆ, ਸਾਰੇ ਦਾ ਸਾਰਾ ਇਕੱਠ 40-50 ਹਜ਼ਾਰ ਦਾ ਵਾਸ ਪ੍ਰੋਪਡ ਅਪ ਬਾਈ ਦੀ ਆਰਐਸਐਸ। ਉਸ
ਇਕੱਠ ਦੇ ਵਿੱਚੋਂ ਕੌਣ ਪੈਦਾ ਹੋਇਆ? ਉਸ ਇਕੱਠ ਦੇ ਵਿੱਚੋਂ 5-6 ਲੀਡਰਸ ਪੈਦਾ ਹੋਏ, ਜਿਹਦੇ ਵਿੱਚ ਇੱਕ ਦਾ ਨਾਂ ਸੀ ਅਰਵਿੰਦ ਕੇਜਰੀਵਾਲ। ਨੋਬਡੀ ਐਵਰ ਨਿਊ ਹੂ ਦਿਸ ਮੈਨ ਇਜ਼। ਕਿਸੇ ਨੂੰ ਨਹੀਂ ਸੀ ਪਤਾ ਇਹ ਬੰਦਾ ਕੌਣ ਹੈ। ਇੱਕ ਇੰਡੀਅਨ ਰੈਵਨਿਊ ਸਰਵਿਸਿਜ਼ ਦਾ ਕੋਈ ਸਧਾਰਨ ਜਿਹਾ ਵਿਅਕਤੀ ਸੀ, ਉਹ ਆਇਆ। ਉਸ ਮੂਵਮੈਂਟ ਦੇ ਵਿੱਚ ਡਾਕਟਰ ਵਿਸ਼ਵਾਸ ਆਏ, ਉਸ ਮੂਵਮੈਂਟ ਦੇ ਵਿੱਚ ਪ੍ਰਸ਼ਾਂਤ ਭੂਸ਼ਣ ਆਏ, ਉਸ ਮੂਵਮੈਂਟ ਦੇ ਵਿੱਚ ਯੋਗਿੰਦਰ ਯਾਦਵ ਜੀ ਆਏ। ਇਹ ਖੱਬੇ ਹੱਥ ਬੈਠੇ ਸੀ ਅੰਨਾ ਹਜ਼ਾਰੇ ਜੀ ਦੇ, ਤੇ ਸੱਜੇ ਹੱਥ ਕੌਣ ਬੈਠਾ ਸੀ? ਕਿਰਨ ਬੇਦੀ ਜੀ। ਫਿਰ ਉਹ ਜਿਹੜੇ ਯੋਗਾ ਵਾਲੇ ਨੇ ਬਾਬਾ ਰਾਮਦੇਵ ਜੀ, ਅਗਲੇ ਪਾਸੇ ਜਨਰਲ ਵੀਕੇ ਸਿੰਘ ਜੀ। ਜਿੰਨੇ ਦਿਨ ਇਹ ਮੂਵਮੈਂਟ ਚੱਲੀ ਹੈ, ਮਨਮੋਹਨ ਸਿੰਘ ਜੀ ਦੀ ਚੱਲਦੀ ਹੋਈ ਚੰਗੀ ਚੱਲਦੀ ਹੋਈ ਸਰਕਾਰ ਨੂੰ ਬਦਨਾਮ ਕਰਕੇ ਆਪਣਾ ਉਹਦੇ ਵਿੱਚੋਂ ਲਾਹ ਲੈ ਕੇ ਇਹਨਾਂ ਨੂੰ ਪੈਦਾ ਕਰਕੇ 3 ਬੰਦੇ ਤੇ ਚਲੇ ਗਏ ਭਾਜਪਾ 'ਚ। ਉਹਨਾਂ 'ਚੋਂ ਕਿਰਨ ਬੇਦੀ ਭਾਜਪਾ ਨੂੰ ਚਲੀ ਗਈ, ਜਨਰਲ ਵੀਕੇ ਸਿੰਘ ਭਾਜਪਾ ਚਲਾ ਗਿਆ, ਬਾਬਾ ਰਾਮਦੇਵ ਬ੍ਰਾਂਡ ਐਂਬੈਸਡਰ ਬਣ ਗਿਆ 2014 ਦੀ ਇਲੈਕਸ਼ਨ 'ਚ ਉਹਨਾਂ ਦਾ। ਇਹ 4 ਕਾਰਕੁਨ ਜਿਹੜੇ ਨੇ ਇਹਨਾਂ ਨੇ ਆਪ ਪਾਰਟੀ ਪੈਦਾ ਕਰ ਲਈ। ਤੇ ਜਿਹੜਾ ਕਾਂਗਰਸ ਮੁਕਤ ਕਰਨ ਦਾ ਪ੍ਰੋਗਰਾਮ ਸੀ, ਉਹਨੂੰ ਉਸ ਏਜੰਡੇ ਤੇ ਮੈਂ ਡਾਇਰੈਕਟ ਇਲਜ਼ਾਮ ਇਹ ਲਗਾਨਾ, ਕੇਜਰੀਵਾਲ ਸਾਹਿਬ ਤੇ ਇਹਨਾਂ ਦੀ ਪਾਰਟੀ ਗੋਆ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਹਰ ਜਗ੍ਹਾ ਤੇ ਕਾਂਗਰਸ ਨੂੰ ਕਮਜ਼ੋਰ ਕਰਦੀ। ਹੁਣ ਵੀ ਇਹਨਾਂ ਦੀ ਸਟ੍ਰੈਟਜੀ ਹਿਮਾਚਲ ਵਿੱਚ ਤੇ ਗੁਜਰਾਤ, ਕਿਉਂਕਿ ਹਿਮਾਚਲ ਦੇ ਵਿੱਚ ਮੈਂ ਖੁਦ ਅਬਜ਼ਰਵਰ ਹਾਂ, 2-3% ਜਾਂ 4% ਤੋਂ ਵੱਧ ਇਹਨਾਂ ਵੋਟ ਨਹੀਂ ਮਿਲਣਾ, 1 ਸੀਟ ਨੇ ਇਹਨਾਂ ਨੂੰ। ਇਹ ਬਕਾਇਦਾ ਤੌਰ ਕਾਂਗਰਸ ਦਾ ਜਿਹੜਾ ਸੈਕੂਲਰ ਵੋਟ ਹੈ, ਨੈਸ਼ਨਲਿਸਟ ਵੋਟ ਹੈ, ਉਹਨੂੰ ਕੱਟਣ ਵਾਸਤੇ ਇਹਨਾਂ ਨੂੰ ਬਕਾਇਦਾ ਤੌਰ ਪੈਦਾ ਕੀਤਾ ਗਿਆ। ਸੋ ਇਸ ਗੱਲ ਕਾਰਨ ਇਹ ਸਾਰੀਆਂ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਇਹ ਅਸੀਂ ਸਿਰਿਓਂ ਖਾਰਜ ਕਰਨੇ। ਇੱਕ ਇਲਜ਼ਾਮ ਪਰਸਨਲੀ ਇਹਨਾਂ ਦੇ ਸਪੋਕਸਮੈਨ ਨੇ ਮੇਰੇ ਤੇ ਲਾਇਆ ਸੀ ਕਿ ਇਹਨਾਂ ਨੇ ਜ਼ੈਡ ਸਿਕਿਉਰਿਟੀ ਜਿਹੜੀ ਹੈ ਅਮਿਤ ਸ਼ਾਹ ਕੋਲ ਲਈ। ਮੈਂ ਸਾਰੇ ਪ੍ਰੈਸ ਨੂੰ ਪਹਿਲੇ ਵੀ ਕਲੀਅਰ ਕਰ ਚੁੱਕਾ, ਹੁਣ ਫੇਰ ਕਰਨਾ ਚਾਹੁੰਦਾ। 2013 ਦੇ ਵਿੱਚ ਪਹਿਲੇ ਤੇ 1987 'ਚ ਮੇਰੇ ਸੁਰਗਵਾਸੀ ਪਿਤਾ ਜਿਹੜੇ ਫਾਰਮਰ ਮਿਨਿਸਟਰ ਸੀ, 5 ਸਾਥੀਆਂ ਸਮੇਤ ਉਹਨਾਂ ਦੀ ਸ਼ਹਾਦਤ ਹੋਈ ਸੀ ਪੰਜਾਬ ਦੇ ਵਿੱਚ। 2 ਵਾਰ ਗਵਰਨਮੈਂਟ ਆਫ ਇੰਡੀਆ ਨੇ ਮੈਨੂੰ ਐਜ਼ ਅ 1-man ਡੈਲੀਗੇਸ਼ਨ ਇਹਨਾਂ ਫੰਡਾਮੈਂਟਲਿਸਟ ਫੋਰਸਿਸ ਦੇ ਖਿਲਾਫ ਯੂਨਾਈਟਿਡ ਨੇਸ਼ਨਸ 'ਚ ਘੱਲਿਆ ਐਜ਼ ਅ ਕੈਬਨਿਟ ਮਿਨਿਸਟਰ ਰਿਪਰੈਜ਼ੈਂਟ ਕਰਨ ਵਾਸਤੇ। ਜ਼ੈਡ ਸਿਕਿਉਰਿਟੀ ਮੈਨੂੰ ਉਦੋਂ ਮਿਲੀ ਜਦੋਂ 2013 ਦੇ ਵਿੱਚ ਮੈਂ ਮੈਂਬਰ ਆਫ ਪਾਰਲੀਮੈਂਟ ਸੀ ਲੋਕ ਸਭਾ ਦਾ ਗੁਰਦਾਸਪੁਰੋਂ, ਪਾਰਟੀ ਦਾ ਮੈਂ ਪ੍ਰਧਾਨ ਬਣਿਆ। ਉਸ ਟਾਈਮ ਤੇ ਗਵਰਨਮੈਂਟ ਨੇ ਮੈਨੂੰ ਕਿਹਾ ਕਿ ਤੁਹਾਨੂੰ, ਕਿਉਂਕਿ ਤੁਸੀਂ ਸਮੁੱਚੇ ਪੰਜਾਬ 'ਚ ਜਾਣਾ ਹੈ, ਤੁਹਾਨੂੰ ਸਿਕਿਉਰਿਟੀ ਦਾ ਥ੍ਰੈਟ ਸਾਨੂੰ ਜੋ ਮਿਲੀਆਂ ਨੇ ਰਿਪੋਰਟਸ ਉਹ ਹੋ ਸਕਦਾ। ਸੁਸ਼ੀਲ ਕੁਮਾਰ ਸ਼ਿੰਦੇ ਜੀ ਹੋਮ ਮਿਨਿਸਟਰ ਸਨ, ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਸੀ। ਉਦੋਂ ਮੈਨੂੰ ਇਹ ਸਿਕਿਉਰਿਟੀ ਮਿਲੀ ਕਿਉਂਕਿ ਇਹ ਪਾਰਟੀ ਆਰਟੀਆਈਸ ਤੇ ਚੱਲਦੀ ਰਹੀ ਹੈ। ਮੈਂ ਇਹਨਾਂ ਨੂੰ ਕਹਾਂਗਾ ਆਰਟੀਆਈ ਪਾ ਕੇ ਪਤਾ ਵੀ ਕਰ ਲਓ। 2 ਦਫਾ ਸਿਕਿਉਰਿਟੀ ਮੇਰੀ ਵਿਡਰਾਅ ਹੋਈ। ਪਹਿਲੀ ਵਾਰ ਜੋ ਮੋਦੀ ਸਾਹਿਬ ਦੀ ਗਵਰਨਮੈਂਟ ਆਂਦੀ, ਰਾਜਨਾਥ ਸਿੰਘ ਜੀ ਨੇ ਕੀਤੀ। ਰਾਜਨਾਥ ਸਿੰਘ ਜੀ ਨੂੰ ਸ਼ਾਮ ਨੂੰ ਮੈਂ ਜਾ ਕੇ ਮਿਲ ਕੇ ਜਦੋਂ ਬੈਕਗਰਾਊਂਡ ਦੱਸੀ ਆਪਣੀ ਸਾਰੀ, ਉਹਨਾਂ ਕਿਹਾ ਇੱਕ ਜਨਰਲ ਆਰਡਰ ਸੀ, ਵੀ ਐਕਸਟ੍ਰੀਮਲੀ ਸੌਰੀ। ਸ਼ਾਮ ਤੱਕ ਉਹ ਬਹਾਲ ਹੋ ਗਈ। ਜਦੋਂ ਅਮਿਤ ਸ਼ਾਹ ਜੀ ਸੈਕੰਡ ਟਾਈਮ ਮੋਦੀ ਸਾਹਿਬ ਆਉਂਦੇ ਨੇ, ਅਮਿਤ ਸ਼ਾਹ ਹੁਣੀ ਹੋਮ ਮਿਨਿਸਟਰ ਬਣਦੇ ਨੇ, ਮੇਰੀ ਸਿਕਿਉਰਿਟੀ ਸਾਰੇ ਹਿੰਦੁਸਤਾਨ 'ਚ ਬਹੁਤ ਸਾਰੇ ਲੋਕਾਂ ਦੀ ਸਿਕਿਉਰਿਟੀ ਵਿਡਰਾਅ ਹੁੰਦੀ ਹੈ। ਮੇਰੀ ਸਿਕਿਉਰਿਟੀ ਵਿਡਰਾਅ ਹੋਈ 9 ਮਹੀਨਿਆਂ ਤੋਂ ਬਾਅਦ। 9 ਮਹੀਨਿਆਂ ਤੋਂ ਬਾਅਦ ਆਈਬੀ ਦੀ ਰਿਪੋਰਟਸ ਤੋਂ, ਪੰਜਾਬ ਦੀ ਪੁਲਿਸ ਦੀ ਰਿਪੋਰਟਸ ਤੋਂ ਬਾਅਦ ਉਹ ਰਿਸਟੋਰ ਹੁੰਦੀ। ਤਾਂ ਮੈਂ ਤੁਹਾਨੂੰ ਬਕਾਇਦਾ ਤੌਰ ਇਹ ਗੱਲ ਇਹਨਾਂ ਲੋਕਾਂ ਨੂੰ ਕਲੀਅਰ ਕਰਨਾ ਚਾਹੁੰਦਾ, ਇਹ ਚੰਗੀਆਂ ਗੱਲਾਂ ਨਹੀਂ ਨੇ। ਬਚਪਨ ਦੀਆਂ ਗੱਲਾਂ ਨਾ ਕਰੋ। ਅਸੀਂ ਸਿਕਿਉਰਿਟੀਆਂ ਪਿੱਛੇ ਆਪਣੇ ਅਮਾਨ ਵਾਚਣ ਵਾਲੇ ਨੇ। ਅਸੀਂ ਕਾਂਗਰਸ 'ਚ ਜੰਮੇ ਆ ਤੇ ਕਾਂਗਰਸ 'ਚ ਹੀ ਪੂਰੇ ਹੋਵਾਂਗੇ। ਇਲਜ਼ਾਮ ਲਗਾਉਣ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ, ਅੱਤਵਾਦ ਦੇ ਵੇਲੇ ਕਦੀ ਗੋਲੀ ਦਾ ਖੜਾਕ ਵੀ ਸੁਣਿਆ ਜੇ? ਤੁਹਾਡੇ ਦੇ ਕੰਨ ਦੇ ਕੋਲੋਂ ਕਦੀ ਫਾਇਰ ਵੀ ਹੋਇਆ? ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ, ਚੰਗੀਆਂ ਨਹੀਂ ਲੱਗਦੀਆਂ। ਕੋਈ ਪੋਲੀਟੀਕਲ ਇਲਜ਼ਾਮ ਲਾਣਾ ਤੇ ਉਹ ਲਾਓ। ਤੇ ਉਧਰ ਸ਼ਾਮ ਹੁੰਦਿਆਂ ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਮੀਡੀਆ ਦੇ ਸਾਹਮਣੇ ਆਏ ਤੇ ਇੱਕ ਵਾਰ ਫੇਰ ਉਹਨਾਂ ਨੇ ਰਾਜਪਾਲ ਦੇ ਫੈਸਲੇ ਦੇ ਕਈ ਤਰ੍ਹਾਂ ਦੇ ਸਵਾਲ ਚੱਕ ਦਿੱਤੇ। ਚੀਮਾ ਨੇ ਸਾਫ਼ ਕੀਤਾ ਕਿ ਜਿਨ੍ਹਾਂ ਸੂਬਿਆਂ ਵਿੱਚ ਵਿਧਾਨ ਸਭਾ ਨੂੰ ਚਲਾਉਣ ਲਈ ਪੂਰੀ ਨਿਯਮਾਵਲੀ ਨਹੀਂ ਹੈ, ਉੱਥੋਂ ਦੀਆਂ ਸਰਕਾਰਾਂ ਲੋਕ ਸਭਾ ਦੀ ਨਿਯਮਾਵਲੀ ਨੂੰ ਮੰਨਦੀਆਂ ਹਨ ਅਤੇ ਲੋਕ ਸਭਾ ਦੇ ਇਤਿਹਾਸ ਵਿੱਚ ਕਈ ਵਾਰ ਅਜਿਹਾ ਹੋਇਆ ਜਦੋਂ ਸਰਕਾਰਾਂ ਨੇ ਭਰੋਸਗੀ ਮਤੇ ਲਈ ਸੈਸ਼ਨ ਸੱਦੇ ਨੇ
ਹਰਪਾਲ ਚੀਮਾ ਨੇ ਸਾਫ਼ ਕੀਤਾ ਕਿ ਆਪਰੇਸ਼ਨ ਲੋਟਸ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਬੀਜੇਪੀ ਨੂੰ ਬੇਨਕਾਬ ਕਰੇਗੀ। ਪ੍ਰੈਸ ਕਾਨਫਰੰਸ ਦੇ ਦੌਰਾਨ ਵਿੱਤ ਮੰਤਰੀ ਨੇ ਹੋਰ ਕੀ ਕੁਝ ਕਿਹਾ, ਆਓ ਉਹ ਵੀ ਸੁਣਾ ਦਿੰਦੇ ਹਾਂ। ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਲਗਾਤਾਰ ਆਪਣੇ ਆਪਰੇਸ਼ਨ ਲੋਟਸ ਦੇ ਰਾਹੀਂ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀ ਸਰਕਾਰਾਂ ਨੂੰ ਪੈਸੇ ਦੇ ਰਾਹੀਂ, ਈਡੀ ਦੇ ਰਾਹੀਂ, ਸੀਬੀਆਈ ਦੇ ਰਾਹੀਂ ਲਗਾਤਾਰ ਤੋੜਨ ਦਾ ਯਤਨ ਕਰ ਰਹੀ ਆ। 2014 ਤੋਂ ਲੈ ਕੇ ਹੁਣ ਤੱਕ ਲਗਭਗ 8 ਸਾਲ ਦਾ ਸਮਾਂ ਹੋ ਗਿਆ ਔਰ ਬੀਜੇਪੀ ਜਿਹੜੀ ਆ ਉਹ ਲੋਕਤੰਤਰ ਨੂੰ ਲਗਾਤਾਰ ਕਲੰਕਿਤ ਕਰ ਰਹੀ ਆ। ਲਗਾਤਾਰ ਲੋਕਤੰਤਰ ਰਾਹੀਂ ਚੁਣੇ ਹੋਏ ਲੋਕਾਂ ਦੇ ਮਤ ਦੇ ਦਾਨ ਰਾਹੀਂ ਚੁਣੇ ਹੋਏ ਨੁਮਾਇੰਦਿਆਂ ਨੂੰ ਤੋੜ ਰਹੀ ਆ, ਖਰੀਦ ਰਹੀ ਆ। ਪਹਿਲਾਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਅਰੁਣਾਚਲ ਪ੍ਰਦੇਸ਼, ਰੀਸੈਂਟਲੀ ਗੋਆ, ਸਾਰੇ ਦੇਸ਼ ਦੇ ਸਾਹਮਣੇ ਇੱਕ ਵੱਡੇ ਸਬੂਤ, ਇੱਕ ਵੱਡਾ ਐਵੀਡੈਂਸ ਦੇਸ਼ ਦੇ ਸਾਹਮਣੇ, ਦੇਸ਼ ਦੇ ਲੋਕਾਂ ਦੇ ਸਾਹਮਣੇ ਆ। ਜਿਨ੍ਹਾਂ ਸੂਬਿਆਂ ਦੇ ਵਿੱਚ ਸੂਬਿਆਂ ਦੇ ਲੋਕ, ਸਟੇਟਾਂ ਦੇ ਲੋਕ ਬੀਜੇਪੀ ਨੂੰ ਰੱਦ ਕਰਦੇ ਨੇਗੇ, ਦੂਜੀਆਂ ਪਾਰਟੀਆਂ ਨੂੰ, ਆਪੋਜੀਸ਼ਨ ਪਾਰਟੀਆਂ ਨੂੰ ਇਲੈਕਟ ਕਰਦੇ ਨੇਗੇ, ਆਪਣੇ ਮਤ ਦਾ ਪ੍ਰਯੋਗ ਕਰਕੇ, ਆਪਣੀ ਵੋਟ ਦੇ ਰਾਹੀਂ ਆਪਣੇ ਨੁਮਾਇੰਦੇ ਚੁਣ ਕੇ ਆਪਣੀਆਂ ਵਿਧਾਨ ਸਭਾਵਾਂ 'ਚ ਭੇਜਦੇ ਨੇਗੇ ਤਾਂ ਕਿ ਉਹ ਆਪਣੇ ਲਈ ਕੰਮ ਕਰਨ। ਉਹਨਾਂ ਸੂਬਿਆਂ ਦੇ ਵਿੱਚ ਬੀਜੇਪੀ ਜਿਹੜੀ ਆ ਉਹ ਲਗਾਤਾਰ ਆਪਰੇਸ਼ਨ ਲੋਟਸ ਦੇ ਰਾਹੀਂ ਪੈਸੇ ਦੇ ਕੇ, ਖਰੀਦ ਕੇ ਵਿਧਾਇਕਾਂ ਨੂੰ ਤੋੜ ਰਹੀ ਆ। ਜਦੋਂ ਬੀਜੇਪੀ ਨੇ ਆਪਣੇ ਆਪਰੇਸ਼ਨ ਲੋਟਸ ਦੇ ਰਾਹੀਂ ਸਭ ਤੋਂ ਪਹਿਲਾ ਹਮਲਾ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਤੇ ਕੀਤਾ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਸਾਡੇ ਸੱਚੇ ਸੁੱਚੇ ਸਿਪਾਹੀਆਂ ਨੇ, ਅਰਵਿੰਦ ਕੇਜਰੀਵਾਲ ਜੀ ਦੇ ਸਾਥੀਆਂ ਨੇ ਉਹ ਜਿਹੜਾ ਹਮਲਾ ਸੀ ਬੀਜੇਪੀ ਦਾ ਆਪਰੇਸ਼ਨ ਲੋਟਸ ਦਾ ਬੁਰੀ ਤਰ੍ਹਾਂ ਫੇਲ ਕੀਤਾ। ਉਹਦਾ ਆਪਰੇਸ਼ਨ ਲੋਟਸ ਦਾ ਚੁਰਾਹੇ 'ਚ ਭਾਂਡਾ ਭੰਨਿਆ ਗਿਆ ਔਰ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਹੋਇਆ ਔਰ ਉਸ ਸੈਸ਼ਨ ਦੇ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਬੀਜੇਪੀ ਆਪਰੇਸ਼ਨ ਲੋਟਸ ਦੇ ਰਾਹੀਂ ਆਮ ਆਦਮੀ ਪਾਰਟੀ ਦਿੱਲੀ ਸਰਕਾਰ ਨੂੰ ਤੋੜਨਾ ਚਾਹੁੰਦੀ ਸੀ, ਕਿਸ ਤਰ੍ਹਾਂ ਖਰੀਦਣਾ ਚਾਹੁੰਦੀ ਸੀਗੀ। ਇਹ ਸਾਰਾ ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਲਾਈਵ ਸੈਸ਼ਨ ਦੇ ਦੌਰਾਨ ਦੇਸ਼ ਦੇ ਲੋਕਾਂ ਨੇ ਦੇਖਿਆ ਔਰ ਉਸ ਤੋਂ ਬਾਅਦ ਬੀਜੇਪੀ ਨੇ ਆਪਣਾ ਇਹੀ ਆਪਰੇਸ਼ਨ ਲੋਟਸ ਦਾ ਸਮਾਨ ਲੈ ਕੇ, ਸਾਜੋ ਸਮਾਨ ਲੈ ਕੇ, ਆਪਣੇ ਬੰਦਿਆਂ ਨੂੰ ਲੈ ਕੇ, ਦਲਾਲਾਂ ਨੂੰ ਲੈ ਕੇ ਪੰਜਾਬ 'ਚ ਆਏ, ਕਿਉਂਕਿ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ। ਪੰਜਾਬ ਵਿੱਚ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਨੇਗੇ। ਪੰਜਾਬ ਵਿੱਚ ਕੋਸ਼ਿਸ਼ ਕੀਤੀ ਗਈ, ਸਾਡੇ 10 ਐਮਐਲਏ ਨੂੰ ਖਰੀਦਣ ਦਾ ਯਤਨ ਕੀਤਾ ਗਿਆ ਔਰ 25-25 ਕਰੋੜ ਦੀ ਆਫਰ ਕੀਤੀ ਗਈ ਔਰ ਉਹ ਵੀ ਜਿਹੜਾ ਆਪਰੇਸ਼ਨ ਲੋਟਸ ਸੀ ਉਹ ਪੰਜਾਬ 'ਚ ਬੁਰੀ ਤਰ੍ਹਾਂ ਫੇਲ ਹੋਇਆ। ਅਸੀਂ ਤੁਹਾਨੂੰ ਪਹਿਲਾਂ ਵੀ ਪ੍ਰੈਸ ਵਾਰਤਾ ਦੇ ਜ਼ਰੀਏ ਇਹ ਸਾਰੀ ਗੱਲ ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਆਲਰੇਡੀ ਮੈਂ ਔਨ ਬਿਹਾਫ ਆਫ ਪਾਰਟੀ ਜਿਹੜਾ ਉਹ ਜਾਣੂ ਕਰਵਾ ਚੁੱਕਿਆਗਾ ਔਰ ਉਸ ਤੋਂ ਬਾਅਦ ਅਸੀਂ ਕੰਪਲੇਂਟ ਜਿਹੜੀ ਆ ਮਾਨਯੋਗ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਦਿੱਤੀ ਔਰ ਉਸ ਦੇ ਆਧਾਰ ਤੇ ਇੱਕ FIR ਜਿਹੜੀ ਆ ਉਹ ਮੋਹਾਲੀ ਦੇ ਵਿੱਚ ਰਜਿਸਟਰ ਹੋਈ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਨੇ ਆਪਰੇਸ਼ਨ ਲੋਟਸ ਦੇ ਤਹਿਤ ਪੰਜਾਬ ਦੇ ਚੁਣੇ ਹੋਏ ਵਿਧਾਇਕਾਂ ਨੂੰ ਖਰੀਦੋ ਫਰੋਖਤ ਕਰਨ ਦਾ ਯਤਨ ਕੀਤਾ ਔਰ ਉਸ ਤੋਂ ਬਾਅਦ ਪਾਰਟੀ ਨੇ, ਸਾਡੀ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਜਾਵੇ ਔਰ ਸਪੈਸ਼ਲ ਸੈਸ਼ਨ ਜਿਹੜਾ ਸੱਦਿਆ ਗਿਆ ਉਹ ਅੱਜ ਉਹਦੀ ਤਾਰੀਖ ਮੁਕਰਰ ਕੀਤੀ ਗਈ। ਅੱਜ ਦੀ 22 ਤਾਰੀਖ ਵਿਧਾਨ ਸਭਾ ਦੇ ਸੈਸ਼ਨ ਦਾ ਮੁਕਰਰ ਕੀਤਾ ਗਿਆ ਔਰ ਮਾਨਯੋਗ ਗਵਰਨਰ ਸਾਹਿਬ ਨੇ ਸਾਨੂੰ ਪਰਮਿਸ਼ਨ ਦਿੱਤੀ ਗਈ। ਜਦੋਂ ਸਾਡੀ ਕੈਬਨਿਟ ਨੇ, ਪੰਜਾਬ ਸਰਕਾਰ ਦੀ ਕੈਬਨਿਟ ਨੇ, ਸਰਦਾਰ ਭਗਵੰਤ ਸਿੰਘ ਮਾਨ ਜੀ ਨੇ, ਮੁੱਖ ਮੰਤਰੀ ਸਾਹਿਬ ਨੇ ਮਾਨਯੋਗ ਗਵਰਨਰ ਸਾਹਿਬ ਨੂੰ ਲੈਟਰ ਭੇਜਿਆ ਕਿ ਸਾਨੂੰ ਇਹ ਅਸੀਂ ਸੈਸ਼ਨ ਕਰਵਾਉਣਾਗਾ, ਅਸੀਂ ਕਨਫੀਡੈਂਸ ਦਾ ਮੋਸ਼ਨ ਲੈ ਕੇ ਆਉਣਾਗਾ, ਤਾਂ ਮਾਨਯੋਗ ਗਵਰਨਰ ਸਾਹਿਬ ਨੇ ਰੂਲਾਂ ਦੇ ਤਹਿਤ ਪਰਮਿਸ਼ਨ ਜਿਹੜੀ ਆ, ਕਨਵੈਨਸ਼ਨ ਦੇ ਤਹਿਤ, ਰਵਾਇਤਾਂ ਦੇ ਤਹਿਤ ਪਰਮਿਸ਼ਨ ਜਿਹੜੀ ਆ ਉਹ ਗ੍ਰਾਂਟ ਕੀਤੀ ਔਰ ਕੱਲ ਤਿੰਨ ਜਿਹੜੇ ਬੀਜੇਪੀ ਦੇ ਖਾਸ ਵਿਅਕਤੀ ਸੀ ਜਿਨ੍ਹਾਂ 'ਚ ਕਹਿਣ ਨੂੰ ਕਾਂਗਰਸੀ ਨੇ ਪਰ ਸਾਰੇ ਹੈਗੇ ਬੀਜੇਪੀ ਦੇ ਬੰਦੇ, ਉਹਨਾਂ ਤੋਂ ਇੱਕ ਐਪਲੀਕੇਸ਼ਨ ਲੈ ਕੇ ਕੱਲ ਜਿਹੜਾ ਸੈਸ਼ਨ ਅੱਜ ਹੋਣਾ ਸੀ ਉਹਨੂੰ ਮਾਨਯੋਗ ਗਵਰਨਰ ਸਾਹਿਬ ਨੇ ਰੱਦ ਕੀਤਾ। ਦਿਨ ਦਿਹਾੜੇ ਲੋਕਤੰਤਰ ਦਾ ਕਤਲ ਕੀਤਾ,
ਦਿਨ ਦਿਹਾੜੇ ਸੰਘੀ ਢਾਂਚੇ ਨੂੰ ਤੋੜਨ ਦਾ ਯਤਨ ਕੀਤਾ। ਦਿਨ ਦਿਹਾੜੇ ਲਗਾਤਾਰ ਮੈਂ ਸਮਝਦਾ ਜਿਹੜਾ ਹਿਸਟੋਰਿਕ ਮਤਦਾਨ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦਿੱਤਾ ਸੀਗਾ, ਉਹਨੂੰ ਇੱਕ ਸਿਲੈਕਟਡ ਬੰਦੇ ਨੇ ਰੱਦ ਕਰਨ ਦੀ ਕੋਸ਼ਿਸ਼ ਕੀਤੀ ਆ ਪੰਜਾਬ ਵਿੱਚ। ਪੰਜਾਬ ਦੇ ਲੋਕਾਂ ਨੇ ਭਾਰੀ ਬਹੁਮਤ ਦੇ ਨਾਲ ਨੁਮਾਇੰਦੇ ਚੁਣੇ ਨੇਗੇ। ਆਮ ਆਦਮੀ ਪਾਰਟੀ ਨੂੰ ਚੁਣਿਆਗਾ, ਬੀਜੇਪੀ ਨੂੰ ਰਿਜੈਕਟ ਕੀਤਾਗਾ, ਕਾਂਗਰਸ ਪਾਰਟੀ ਨੂੰ ਰਿਜੈਕਟ ਕੀਤਾਗਾ, ਅਕਾਲੀ ਦਲ ਨੂੰ ਰਿਜੈਕਟ ਕੀਤਾਗਾ। ਆ ਹੁਣ ਮੈਂ ਸਮਝਦਾ ਚੋਰ ਦਰਵਾਜ਼ਿਓਂ ਬੀਜੇਪੀ ਪੰਜਾਬ ਤੇ ਰਾਜ ਕਰਨਾ ਚਾਹੁੰਦੀ ਆ। ਬੀਜੇਪੀ ਜਿਹੜੀ ਆ ਉਹ ਸੰਘੀ ਢਾਂਚੇ ਨੂੰ ਤਹਿਸ-ਨਹਿਸ ਕਰ ਰਹੀ ਹੈਗੀ। ਬੀਜੇਪੀ ਜਿਹੜੀ ਆ ਦੇਸ਼ ਦੇ ਵਿੱਚ ਲੋਕਤੰਤਰ ਦੇ ਲਈ ਅੱਜ ਬਹੁਤ ਵੱਡਾ ਖਤਰਾ ਬਣੀ ਹੋਈ ਆ। ਜਿੱਥੇ ਸਰਕਾਰਾਂ ਹੈ ਨਹੀਂ ਉੱਥੇ ਗਵਰਨਰ ਸਾਹਿਬ ਦੇ ਰਾਹੀਂ, ਉੱਥੇ ਜਿਹੜੇ ਰਾਜਪਾਲ ਨੇਗੇ ਉਹਨਾਂ ਦੇ ਰਾਹੀਂ ਸਰਕਾਰ ਚਲਾਉਣ ਦਾ ਯਤਨ ਕੀਤਾ ਜਾ ਰਿਹਾ ਹੈਗਾ। ਔਰ ਪੰਜਾਬ ਦੇ ਵਿੱਚ ਹੋਇਆ ਇੱਕ ਕਨਵੈਨਸ਼ਨ ਆ। ਮੈਂ ਤੁਹਾਨੂੰ ਦੱਸ ਦਿਆਂ ਕਿ ਜਿਨ੍ਹਾਂ ਸਟੇਟਾਂ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਵਿਧਾਨ ਸਭਾਵਾਂ ਨੂੰ ਚਲਾਉਣ ਲਈ ਜੇਕਰ ਕੋਈ ਰੂਲ ਹੈ ਨਹੀਂ, ਜੇਕਰ ਕੋਈ ਕਿਤਾਬ 'ਚ ਨਹੀਂ ਲਿਖਿਆ ਹੋਇਆ, ਰੂਲ ਬੁੱਕ 'ਚ ਨਹੀਂ ਲਿਖਿਆ ਹੋਇਆ ਕਿ ਕਿਸ ਤਰ੍ਹਾਂ ਵਿਧਾਨ ਸਭਾ ਚਲਾਉਣੀ ਆ ਜਾਂ ਵਿਧਾਨ ਸਭਾ ਦਾ ਕੋਈ ਕੰਮ ਕਰਨਾਗਾ, ਤਾਂ ਉੱਥੇ ਵਿਧਾਨ ਸਭਾਵਾਂ ਦੇਸ਼ ਦੀ ਪਾਰਲੀਮੈਂਟ ਨੂੰ ਫੋਲੋ ਕਰਦੀਆਂ ਨੇ। ਦੇਸ਼ ਦੀਆਂ ਸਭ ਜ਼ਿਆਦਾਤਰ ਜਿਹੜੇ ਸੂਬੇ ਨੇਗੇ, ਜਿਹੜੇ ਜ਼ਿਆਦਾਤਰ ਵਿਧਾਨ ਸਭਾਵਾਂ ਨੇਗੀਆਂ, ਉਹ ਪਾਰਲੀਮੈਂਟ ਨੂੰ ਫੋਲੋ ਕਰਦੀਆਂ ਨੇਗੀਆਂ। ਔਰ ਹੁਣ ਤੱਕ ਦੇਸ਼ ਦੀ ਪਾਰਲੀਮੈਂਟ ਦੇ ਵਿੱਚ 12 ਵਾਰ 12 ਟਾਈਮ ਜਿਹੜਾ ਹੈਗਾ ਮੋਸ਼ਨ ਆਫ ਕੌਨਫੀਡੈਂਸ ਪੇਸ਼ ਹੋਇਆਗਾ। ਤਾਂ ਫਿਲਹਾਲ ਚੰਡੀਗੜ੍ਹ ਦੇ ਅੰਦਰ ਅੱਜ ਸਾਰਾ ਦਿਨ ਸਿਆਸੀ ਗਹਿਮਾ-ਗਹਿਮੀ ਰਹੀ, ਪਰ ਇਸ ਵਿਚਾਲੇ ਪੰਜਾਬ ਸਰਕਾਰ ਨੇ ਫਿਰ ਤੋਂ ਗੇਂਦ ਰਾਜਪਾਲ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ। 27 ਸਤੰਬਰ ਨੂੰ ਮੁੜ ਤੋਂ ਸੈਸ਼ਨ ਸੱਦਿਆ ਗਿਆ, ਪਰ ਨਾਲ ਹੀ ਸਰਕਾਰ ਨੇ ਬਿਜਲੀ ਤੇ ਪਰਾਲੀ ਤੇ ਚਰਚੇ ਦਾ ਹਵਾਲਾ ਵੀ ਦੇ ਦਿੱਤਾ। ਤੇ ਹੁਣ ਦੇਖਣਾ ਹੋਵੇਗਾ ਕਿ ਸੂਬੇ ਦੇ ਰਾਜਪਾਲ ਇਸ ਸੈਸ਼ਨ ਤੇ ਆਪਣਾ ਕੀ ਫੈਸਲਾ ਲੈਂਦੇ ਨੇ। ਤੇ ਅੱਜ ਲਈ ਇਹੀ ਸੀ ਪ੍ਰਾਈਮ ਟਾਈਮ ਸਿਆਸੀ ਗਲਿਆਰੇ ਤੋਂ, ਤੇ ਕੱਲ ਫਿਰ ਮਿਲਾਂਗੇ ਇਸੇ ਟਾਈਮ। ਬਣੇ ਰਹਿਣਾ ਮੇਰੇ ਨਾਲ, ਤਦ ਤੱਕ ਦੋ ਇਜਾਜ਼ਤ, ਸਤਿ ਸ਼੍ਰੀ ਅਕਾਲ।